हेलो एवरीवन, वेलकम टू मेहनती बच्चे। दिस इज साक्षी अग्रवाल। सो ਅੱਜ ਆਪਾਂ ਇਕਨੋਮਿਕਸ ਦੇ ਕੁਝ ਹੋਰ ਮਿਸਲੇਨੀਅਸ ਕਨਸੈਪਟਸ ਪੜਾਂਗੇ। ਓਕੇ, ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਕਨਸੈਪਟ ਹੈ ਰਿਗਾਰਡਿੰਗ ਨੋ ਯੋਰ ਕਸਟਮਰ, ਦੈਟ ਇਜ਼ KYC। एग्जाम ਦੇ ਵਿੱਚ ਕਈ ਵਾਰ ਕੁਐਸਚਨ ਦੇਖਣ ਨੂੰ ਮਿਲਿਆ, ਸਿੱਧਾ ਪੁੱਛ ਲੈਂਦੇ ਆ KYC ਦੀ ਫੁੱਲ ਫਾਰਮ ਦੱਸੋ। ਸੋ KYC ਦੀ ਫੁੱਲ ਫਾਰਮ ਹੈ नो योर कस्टमर। ओके, KYC is due diligence and bank regulation that financial institutions and other regulated companies must perform to identify their clients and a certain relevant information pertaining to doing financial business with them। ਹੁਣ ਸਪੋਜ਼ ਕੋਈ ਵੀ ਕੰਪਨੀ XYZ, ਠੀਕ ਹੈ, ਅਗਰ ਉਹਨੇ ਕਿਸੇ ਪਰਸਨ ਦੇ ਨਾਲ ਡੀਲ ਕਰਨਾ ਜਾਂ ਬਿਜ਼ਨਸ ਕਰਨਾ, ਉਹਨੂੰ ਉਹਦੇ ਬਾਰੇ ਡਿਟੇਲਸ ਤਾਂ ਪਤਾ ਹੋਣੀਆਂ ਚਾਹੀਦੀਆਂ। ਸੋ ਉਹ KYC ਭਰਵਾਉਂਦੇ ਆ, ਜਿਹਦੇ ਵਿੱਚ ਕਿ ਉਹ ਪਰਸਨ ਹੈ ਜਿਹੜਾ ਆਪਣੀ ਕੁਝ ਬੇਸਿਕ ਡਿਟੇਲਸ ਭਰਦਾ ਅਤੇ ਉਹ ਜਿਹੜੀ ਡਿਟੇਲਸ ਹੈ ਉਹ ਕੰਪਨੀ ਕੋਲ ਜਾਂਦੀਆਂ ਨੇ ਤਾਂ ਕਿ ਕੰਪਨੀ ਉਹਨਾਂ ਨੂੰ ਵੈਰੀਫਾਈ ਕਰ ਸਕੇ। ਠੀਕ ਹੈ, ਉਹ ਤੋਂ ਬਾਅਦ ਨੈਕਸਟ ਹੈ ਫਿਸਕਲ ਪੋਲਿਸੀ। ਸੋ ਫਿਸਕਲ ਪੋਲਿਸੀ, ਜਿਵੇਂ ਆਪਾਂ ਨੇ ਪਹਿਲਾਂ ਮੋਨੀਟਰੀ ਪੋਲਿਸੀ ਦੀ ਗੱਲ ਕੀਤੀ ਸੀ, ਹੁਣ ਐਵੇਂ ਇੱਕ ਫਿਸਕਲ ਪੋਲਿਸੀ ਹੁੰਦੀ ਹੈ। ਸੋ ਫਿਸਕਲ ਪੋਲਿਸੀ ਇੱਕ ਐਸੀ ਪੋਲਿਸੀ ਹੈ ਜਿਹਦੇ ਨਾਲ ਜਿਹੜੀ ਗਵਰਨਮੈਂਟ ਹੈ ਉਹ ਐਡਜਸਟ ਕਰਦੀ ਹੈ ਆਪਣੇ ਸਪੈਂਡਿੰਗ ਲੈਵਲਸ ਅਤੇ ਟੈਕਸ ਰੇਟਸ ਟੂ ਮੋਨੀਟਰ ਐਂਡ ਇਨਫਲੂਐਂਸ ਨੇਸ਼ਨਸ ਇਕੋਨਮੀ। ਇਸ ਤਰੀਕੇ ਦੇ ਨਾਲ ਟੈਕਸ ਰੇਟਸ ਨੂੰ ਜਾਂ ਫਿਰ ਸਪੈਂਡਿੰਗ ਲੈਵਲ ਨੂੰ ਐਡਜਸਟ ਕੀਤਾ ਜਾਂਦਾ ਹੈ, ਜਿਹਦਾ ਕਿ ਅਸਰ ਪੈਂਦਾ ਨੈਸ਼ਨਲ ਇਕੋਨਮੀ ਨੂੰ ਕਿਸ ਤਰੀਕੇ ਨਾਲ ਮੋਨੀਟਰ ਕੀਤਾ ਜਾਵੇ ਉਸ ਚੀਜ਼ ਦੇ ਉੱਪਰ। ਓਕੇ, ਸੋ ਫਿਸਕਲ ਪੋਲਿਸੀ ਦੀ ਹੈਲਪ ਨਾਲ ਜਿਹੜੀ ਗਵਰਨਮੈਂਟ ਉਹ ਇਨਫਲੂਐਂਸ ਕਰਦੀ ਹੈ ਸੇਵਿੰਗ, ਇਨਵੈਸਟਮੈਂਟ, ਕੰਜ਼ੰਪਸ਼ਨ ਇਕੋਨਮੀ ਦੇ ਵਿੱਚ ਟੂ ਅਕੰਪਲਿਸ਼ ਸਰਟਨ ਨੈਸ਼ਨਲ ਗੋਲਸ ਸਚ ਐਜ਼ ਇਨਕਮ ਰੀਡਿਸਟ੍ਰੀਬਿਊਸ਼ਨ, ਸੋਸ਼ੋ ਇਕਨੋਮਿਕ ਵੈਲਫੇਅਰ, ਇਕਨੋਮਿਕ ਡਿਵੈਲਪਮੈਂਟ ਐਂਡ ਇਨਕਲੂਸਿਵ ਗਰੋਥ। It is the sister strategy to monetary policy through which a certain bank influences a nation's money supply। ਇਹ ਮੋਨੇਟਰੀ ਪੋਲਿਸੀ ਦੀ ਸਿਸਟਰ ਸਟ੍ਰੈਟਜੀ ਹੈ ਜਿਹਦੇ ਨਾਲ ਸੈਂਟਰਲ ਬੈਂਕ ਹੈ ਜਿਹੜਾ ਉਹ ਨੇਸ਼ਨ ਦੀ ਮਨੀ ਸਪਲਾਈ ਨੂੰ ਇਨਫਲੂਐਂਸ ਕਰਦਾ ਹੈ। ਫਿਸਕਲ ਪੋਲਿਸੀ ਰਿਜ਼ਲਟ ਹੁੰਦੀ ਹੈ ਸੈਵਰਲ ਕੰਪੋਨੈਂਟ ਪੋਲਿਸੀਜ਼ ਦਾ ਜਾਂ ਮਿਕਸ ਹੁੰਦੀ ਹੈ ਡਿਫਰੈਂਟ ਪੋਲਿਸੀ ਇੰਸਟਰੂਮੈਂਟਸ ਦਾ। ਇਹਦੇ ਵਿੱਚ ਕੀ ਆ ਜਾਂਦਾ ਪੋਲਿਸੀ ਔਨ ਟੈਕਸੇਸ਼ਨ, ਸਬਸਿਡੀ, ਵੈਲਫੇਅਰ ਐਕਸਪੈਂਡੀਚਰ, ਇਨਵੈਸਟਮੈਂਟ ਔਰ ਡਿਸਇਨਵੈਸਟਮੈਂਟ ਸਟ੍ਰੈਟੇਜੀਜ਼, ਡੈਟ, ਦੈਨ ਸਰਪਲਸ ਮੈਨੇਜਮੈਂਟ। ਓਕੇ, ਉਹ ਤੋਂ ਬਾਅਦ ਫਿਸਕਲ ਪੋਲਿਸੀ ਹੈ ਜਿਹੜੀ ਉਹ ਕਿਹਦੇ ਉੱਪਰ ਬੇਸਡ ਹੈ, ਇੱਕ ਥਿਊਰੀ ਦਿੱਤੀ ਸੀ ਬ੍ਰਿਟਿਸ਼ ਇਕੋਨੋਮਿਸਟ ਨੇ, ਦੈਟ ਇਜ਼ ਜੌਨ ਮੇਨਾਰਡ ਕੀਨਸ ਨੇ। ਓਕੇ, ਜਿਹੜੀ ਇਹ ਥਿਊਰੀ ਹੈ ਇਹ ਸਟੇਟ ਕਰਦੇ ਕਿ ਜਿਹੜੇ ਗਵਰਨਮੈਂਟਸ ਉਹ ਇਨਫਲੂਐਂਸ ਕਰਦੇ ਮੈਕਰੋ ਇਕਨੋਮਿਕ ਪ੍ਰੋਡਕਟੀਵਿਟੀ ਲੈਵਲ ਨੂੰ ਕਿਸ ਤਰੀਕੇ ਨਾਲ ਇਨਕਰੀਜ਼ ਜਾਂ ਡਿਕਰੀਜ਼ ਕਰਕੇ ਟੈਕਸ ਲੈਵਲ ਜਾਂ ਫਿਰ ਪਬਲਿਕ ਸਪੈਂਡਿੰਗ ਨੂੰ। ਓਕੇ, ਉਹ ਤੋਂ ਬਾਅਦ ਨੈਕਸਟ ਹੈ ਫਿਸਕਲ ਪੋਲਿਸੀ ਦਾ ਓਬਜੈਕਟਿਵ। ਸੋ ਕੀ ਓਬਜੈਕਟਿਵ ਹੈ? ਸਭ ਤੋਂ ਪਹਿਲਾਂ ਫੁੱਲ ਇੰਪਲੋਇਮੈਂਟ, ਠੀਕ ਹੈ, ਜਿਵੇਂ ਰੂਰਲ ਇੰਪਲੋਇਮੈਂਟ ਪ੍ਰੋਗਰਾਮਸ ਚਲਾ ਕੇ, ਜਿਵੇਂ ਮਨਰੇਗਾ ਹੋ ਗਿਆ ਜਾਂ ਫਿਰ ਅਦਰ ਸਿਮਿਲਰ ਇੰਪਲੋਇਮੈਂਟ ਸਕੀਮਸ ਹੋ ਗਈਆਂ। ਉਹ ਤੋਂ ਬਾਅਦ ਨੈਕਸਟ ਹੈ ਇਨਫਲੇਸ਼ਨ ਨਾਲ ਲੜਨਾ, ਜਿਵੇਂ ਹਾਈ ਇਨਕਮ ਟੈਕਸ ਵਿਲ ਰਿਡਿਊਸ ਡਿਸਪੋਜ਼ੇਬਲ ਇਨਕਮ ਵਿਚ ਰਿਜ਼ਲਟ ਇਨਟੂ ਕਰਬਿੰਗ ਡਿਮਾਂਡ। ਟੂ ਫਾਈਟ ਡਿਫਲੇਸ਼ਨ ਵੀ ਨੀਡ ਟੂ ਰਿਡਿਊਸ ਡਾਇਰੈਕਟ ਐਂਡ ਇਨਡਾਇਰੈਕਟ ਟੈਕਸਿਸ ਟੂ ਬੂਸਟ ਡਿਮਾਂਡ। ਕਹਿੰਦਾ ਕਿ ਅਗਰ ਹਾਈ ਇਨਕਮ ਟੈਕਸ ਜਿਹੜਾ ਹੈ ਉਹ ਲਗਾਇਆ ਜਾਂਦਾ ਹੈ ਤਾਂ ਕਿ ਜਿਹੜੀ ਇਨਕਮ ਹੈ ਉਹਦੇ ਉੱਪਰ ਉਹਨੂੰ ਡਿਸਪੋਜ਼ ਕੀਤਾ ਜਾਵੇ, ਮਤਲਬ ਉਹਨੂੰ ਘਟਾਇਆ ਜਾਵੇ ਥੋੜ੍ਹਾ ਜਿਹਾ, ਠੀਕ ਹੈ, ਤਾਂ ਕਿ ਡਿਮਾਂਡ ਘਟੇ। ਠੀਕ ਹੈ, ਅਤੇ ਇਨਫਲੇਸ਼ਨ ਵੀ ਘਟੂਗੀ ਉਹਦੇ ਨਾਲ। ਅਤੇ ਅਗਰ ਆਪਾਂ ਨੇ ਡਿਫਲੇਸ਼ਨ 'ਤੇ ਕੰਟਰੋਲ ਕਰਨਾ ਹੁੰਦਾ ਤਾਂ ਆਪਾਂ ਡਾਇਰੈਕਟ ਅਤੇ ਇਨਡਾਇਰੈਕਟ ਟੈਕਸ ਨੂੰ ਘਟਾ ਦਿੰਦੇ ਹਾਂ ਤਾਂ ਕਿ ਡਿਮਾਂਡ ਵਧੇ। ਉਹ ਤੋਂ ਬਾਅਦ ਨੈਕਸਟ ਹੈ ਹੋਰ ਕੀ ਓਬਜੈਕਟਿਵਸ ਹੈ ਫਿਸਕਲ ਪੋਲਿਸੀ ਦੇ? ਇਕਨੋਮਿਕ ਗਰੋਥ ਨੂੰ ਬੂਸਟ ਅਪ ਕਰਨਾ, provide income tax benefits on household saving in LIC mutual fund. This will ensure new investable capital to industries which will help in factory expansion, job, GDP growth. Then inclusive growth, high tax ਅਗਰ ਰਿਚ 'ਤੇ ਲੱਗੂਗਾ ਤਾਂ ਉਹਦੇ ਨਾਲ ਕੀ ਹੋਊਗੀ, ਜਿਹੜੀ ਟੈਕਸਡ ਮਨੀ ਉਹਨੂੰ ਯੂਜ਼ ਕੀਤਾ ਜਾਊਗਾ ਹੈਲਥ ਲਈ, ਐਜੂਕੇਸ਼ਨ ਲਈ, ਵਿਮਨ ਦੇ ਲਈ, ਪਾਵਰਟੀ ਰਿਮੂਵਲ ਪ੍ਰੋਗਰਾਮਸ ਦੇ ਲਈ। Then to boost regionally balanced growth, give tax benefit to industrialists for setting up factories in north, east, left-wing extremist and other backward areas। ਹੁਣ ਅਗਰ ਟੈਕਸ ਲਗਾਏ ਜਾਂਦੇ ਆ ਤਾਂ ਉਹਨਾਂ ਨਾਲ ਕਿਤੇ ਨਾ ਕਿਤੇ ਗਰੋਥ ਵੀ ਬੂਸਟ ਹੁੰਦੀ ਹੈ। ਠੀਕ ਹੈ, ਜਿਵੇਂ ਅਗਰ ਕੋਈ ਇੰਡਸਟਰੀ ਹੈ ਉਹ ਆਪਣਾ ਪ੍ਰੋਪਰ ਟੈਕਸ ਭਰਦੀ ਹੈ ਤਾਂ ਉਹਨੂੰ ਬੈਨੀਫਿਟਸ ਦਿੱਤੇ ਜਾਂਦੇ ਹੈ ਅਲੱਗ-ਅਲੱਗ ਜਗ੍ਹਾ 'ਤੇ ਫੈਕਟਰੀਜ਼ ਲਗਾਉਣ ਦੇ। Then exchange rate stability, give tax benefit to exporter to boost exports while impose higher tax on imported items to reduce imports which help containing current account deficit। Okay, so exchange rate ਦੀ stability ਲਈ ਵੀ ਇਹ ਚੀਜ਼ ਜ਼ਰੂਰੀ ਹੈ। ਉਹ ਤੋਂ ਬਾਅਦ ਨੈਕਸਟ ਹੈ ਬਜਟ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ, ਆਰਟੀਕਲ 112 ਦੇ ਵਿੱਚ ਇਹਦੀ ਗੱਲ ਕੀਤੀ ਗਈ ਹੈ। ਓਕੇ, ਬਜਟ ਬੇਸਿਕਲੀ ਇੱਕ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੈ ਜਿਹਦੇ ਵਿੱਚ ਕਿ ਐਸਟੀਮੇਟ ਰੈਵਨਿਊ ਅਤੇ ਐਕਸਪੈਂਡੀਚਰ ਹੁੰਦਾ ਹੈ ਅਗਲੇ ਫਾਈਨੈਂਸ਼ੀਅਲ ਈਅਰ ਦਾ, ਕਿ ਕਿੰਨਾ ਖਰਚਾ ਹੋਊਗਾ, ਕਿੰਨੀ ਗਵਰਨਮੈਂਟ ਨੂੰ ਆਮਦਨੀ ਹੋਊਗੀ। ਬਜਟ ਇੱਕ ਪ੍ਰਾਇਮਰੀ ਟੂਲ ਹੈ ਜਿਹਨੂੰ ਕਿ ਗਵਰਨਮੈਂਟ ਦੁਆਰਾ ਯੂਜ਼ ਕੀਤਾ ਜਾਂਦਾ ਆਪਣੀ ਫਿਸਕਲ ਪੋਲਿਸੀ ਨੂੰ ਇੰਪਲੀਮੈਂਟ ਕਰਨ ਦੇ ਲਈ। ਠੀਕ ਹੈ, ਬਜਟ ਹੈ ਜਿਹੜਾ ਇੱਕ ਫਰੈਂਚ ਵਰਡ
ਬੋਗੇਟ ਤੋਂ ਬਣਿਆ, ਜਿਹਦਾ ਮਤਲਬ ਹੁੰਦਾ ਲੈਦਰ ਬੈਗ ਜਾਂ ਫਿਰ ਸੂਟਕੇਸ। ਯੂਨੀਅਨ ਫਾਈਨਾਂਸ ਮਿਨਿਸਟਰ ਹੈ ਜਿਹੜੇ ਡਾਕੂਮੈਂਟਸ ਉਹਦੇ ਵਿੱਚ ਰੱਖਦੇ ਆ ਅਤੇ ਪਾਰਲੀਮੈਂਟ ਅੱਗੇ ਉਹਨੂੰ ਰਿਪਰੈਜ਼ੈਂਟ ਕਰਦੇ ਆ। ਠੀਕ ਹੈ, ਜਿਹੜਾ ਟਰਮ ਬਜਟ ਹੈ ਉਹ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈਗੀ, ਬਟ ਹਰੇਕ ਫਾਈਨੈਂਸ਼ੀਅਲ ਈਅਰ ਜਿਹੜੀ ਗਵਰਨਮੈਂਟ ਆ ਉਹ ਇੱਕ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦਿੰਦੀ ਹੈ, ਜਿਹਦੇ ਵਿੱਚ ਕਿ ਰਿਸਿਪਟ ਹੁੰਦੀ ਹੈ ਅਤੇ ਐਕਸਪੈਂਡੀਚਰ ਹੁੰਦਾ ਲਾਸਟ ਈਅਰ ਦਾ। ਠੀਕ ਹੈ, ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਜਿਹੜਾ ਕਲੋਨੀਅਲ ਪ੍ਰੈਕਟਿਸ ਹੈ ਕਿ ਬਜਟ ਨੂੰ ਪੇਸ਼ ਕਰਨਾ ਟ੍ਰੈਡੀਸ਼ਨਲ 4-fold ਰੈੱਡ ਕਲੋਥ ਲੈਜਰ ਦੇ ਵਿੱਚ, ਉਹ ਚੀਜ਼ ਨੂੰ ਖਤਮ ਕਰਤਾ। ਉਹ ਤੋਂ ਬਾਅਦ ਨੈਕਸਟ, ਬਹੁਤ ਵਾਰ ਪੇਪਰ 'ਚ ਇਹਦੇ ਉੱਪਰ ਕੁਐਸਚਨ ਪੁੱਛਿਆ ਜਾ ਚੁੱਕਿਆ, ਤੁਸੀਂ ਬਜਟ ਦਾ ਇੱਕ ਇਹ ਵੀ ਯਾਦ ਰੱਖਣਾ ਪੇਪਰ 'ਚ। ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਕੀ ਕੁਛ ਪੁੱਛਿਆ ਗਿਆ ਹੈ ਕਿ ਬਜਟ ਨੂੰ ਕੀ ਬੋਲਦੇ ਆ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਕੌਨਸਟੀਟਿਊਸ਼ਨ ਦੇ ਵਿੱਚ ਵਰਡ ਬਜਟ ਕਿਤੇ ਵੀ ਮੈਂਸ਼ਨ ਨਹੀਂ ਹੈਗਾ, ਯਾਦ ਰੱਖਿਓ। ਅਤੇ ਆਰਟੀਕਲ 112 ਦੇ ਵਿੱਚ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦੀ ਗੱਲ ਕੀਤੀ ਗਈ ਹੈ। ਓਕੇ, ਉਹ ਤੋਂ ਬਾਅਦ ਨੈਕਸਟ, ਹੁਣ ਜਿਹੜਾ ਬਜਟ ਹੈ ਉਹ ਜਦੋਂ ਪਾਰਲੀਮੈਂਟ 'ਚ ਇਹਨੂੰ ਪਾਸ ਕੀਤਾ ਜਾਂਦਾ ਤਾਂ 6 ਸਟੇਜਿਸ ਦੇ ਵਿੱਚੋਂ ਇਹ ਗੁਜ਼ਰਦਾ। ਹੁਣ ਕਿਹੜੀ ਕਿਹੜੀ ਸਟੇਟ ਹੈ ਦੇਖੋ, ਸਭ ਤੋਂ ਪਹਿਲਾਂ ਪ੍ਰੈਜੈਂਟੇਸ਼ਨ ਕਰਨਾ ਬਜਟ ਦਾ, ਫਿਰ ਉਹਦੇ ਉੱਪਰ ਜਨਰਲ ਡਿਸਕਸ਼ਨ ਹੁੰਦੀ ਹੈ, ਦੈਨ ਡਿਪਾਰਟਮੈਂਟ ਕਮੇਟੀਜ਼ ਉਹਨੂੰ ਸਕ੍ਰੀਨਿਊਟ ਕਰਦੇ ਨੇ, ਦੇਖਦੇ ਨੇ ਵੀ ਸਾਰਾ ਕੁਝ ਠੀਕ ਹੈ ਜਾਂ ਨਹੀਂ। ਠੀਕ ਹੈ, ਫਿਰ ਡਿਮਾਂਡ ਫॉर ਗ੍ਰਾਂਟਸ, ਕੱਟ ਮੋਸ਼ਨ, ਬੁਲੇਟਿਨ ਜਿਹੜਾ ਹੈ ਉਹ ਲਗਾਇਆ ਜਾਂਦਾ, ਦੈਨ ਐਪਰੋਪ੍ਰੀਏਸ਼ਨ ਬਿੱਲ ਪਾਸ ਕੀਤਾ ਜਾਂਦਾ, ਦੈਨ ਫਾਈਨਾਂਸ ਬਿੱਲ ਪਾਸ ਕੀਤਾ ਜਾਂਦਾ। ਪੇਪਰ 'ਚ ਬਹੁਤ ਵਾਰ ਪੁੱਛ ਚੁੱਕੇ, ਜਿਵੇਂ ਕਿ ਇਹਨਾਂ ਵਿੱਚੋਂ ਕੋਈ ਵੀ 4 ਆਪਸ਼ਨਸ ਦੇ ਦੇਣਗੇ, ਇੱਕ ਗਲਤ ਦੇ ਦੇਣਗੇ ਵਿੱਚ ਕਿ ਕਿਹੜਾ ਇਹਨਾਂ ਵਿੱਚੋਂ ਹੈਗਾ 6 ਸਟੇਜਿਸ ਦੇ ਵਿੱਚ, ਸੋ ਯਾਦ ਰੱਖਿਓ। ਉਹ ਤੋਂ ਬਾਅਦ ਦੈਨ ਚੀਫ ਇਕਨੋਮਿਕ ਐਡਵਾਈਜ਼ਰ, ਦੇਖੋ ਇਹਦੇ ਵਿੱਚ ਨਾ ਆਪਾਂ ਸਾਰੇ ਛੋਟੇ ਛੋਟੇ ਟੌਪਿਕਸ, ਇੰਡੀਵਿਜੂਅਲ ਟੌਪਿਕਸ ਨੇ ਬੇਸਿਕਲੀ ਇਹ, ਉਹ ਦੇਖ ਰਹੇ ਹਾਂ ਜਿਹਦੇ ਉੱਪਰ ਪੇਪਰ 'ਚ ਕੁਐਸਚਨ ਪੁੱਛੇ ਗਏ ਨੇ। ਠੀਕ ਹੈ, ਉਹਦਾ ਕੀ ਫਾਇਦਾ ਹੈ ਕਿ ਮੈਂ ਤੁਹਾਨੂੰ ਸਾਰਾ ਕੁਛ ਐਵੇਂ ਡਿਟੇਲ 'ਚ ਪੜ੍ਹਾਵਾਂ ਅਤੇ ਉਹਦੇ ਵਿੱਚੋਂ ਕੁਛ ਆਵੇ ਨਾ, ਸੋ ਉਹ ਕਰਨ ਦਾ ਫਾਇਦਾ ਜਿਹਦੇ ਵਿੱਚੋਂ ਪੇਪਰ 'ਚ ਆਉਂਦਾ। ਸੋ ਦੇਖੋ, ਚੀਫ ਇਕਨੋਮਿਕ ਐਡਵਾਈਜ਼ਰ, ਜਿਹੜਾ ਚੀਫ ਇਕਨੋਮਿਕ ਐਡਵਾਈਜ਼ਰ ਹੈ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ, ਮਿਨਿਸਟਰੀ ਆਫ ਫਾਈਨਾਂਸ ਦੇ ਅੰਡਰ ਆਉਂਦਾ। ਠੀਕ ਹੈ, ਇਹਨਾਂ ਦਾ ਟੈਨਿਓਰ ਹੈ ਜਿਹੜਾ 3 ਸਾਲ ਦਾ ਹੁੰਦਾ, ਰੀਅਪੁਆਇੰਟਮੈਂਟ ਹੋ ਸਕਦੀ ਹੈ, ਬਟ ਇਹ ਕੌਨਸਟੀਟਿਊਸ਼ਨਲ ਜਾਂ ਫਿਰ ਸੈਚੂਟਰੀ ਬਾਡੀ ਨਹੀਂ ਹੈ। ਓਕੇ, ਜਿਹੜਾ ਚੀਫ ਇਕਨੋਮਿਕ ਐਡਵਾਈਜ਼ਰ ਆ ਉਹ ਇੰਡੀਅਨ ਇਕਨੋਮਿਕ ਸਰਵਿਸ ਦੈਟ ਇਜ਼ IES ਨੂੰ ਕੰਟਰੋਲ ਕਰਦਾ। ਠੀਕ ਹੈ, ਅਗਰ ਆਪਾਂ ਗੱਲ ਕਰੀਏ ਮਨਮੋਹਨ ਸਿੰਘ, ਰਘੂਰਾਮ ਰਾਜਨ, ਅਰਵਿੰਦ ਸੁਬਰਾਮਨਿਅਮ ਦੀ, ਇਹ ਸਭ CEAs ਰਹਿ ਚੁੱਕੇ ਨੇ। ਅਤੇ ਅਗਰ ਆਪਾਂ ਪ੍ਰੈਜ਼ੈਂਟ CA ਦੀ ਗੱਲ ਕਰੀਏ ਤਾਂ ਵੈਂਕਟਾ ਸੁਬਰਾਮਨਿਅਮ ਹੈ। ਓਕੇ, ਉਹ ਤੋਂ ਬਾਅਦ ਨੈਕਸਟ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ। ਸੋ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ ਕਾਹਦੇ ਲਈ ਰਿਸਪੋਂਸੀਬਲ ਹੁੰਦਾ, ਫਿਸਕਲ ਪੋਲਿਸੀ ਦੇ ਲਈ, ਪ੍ਰੈਪਰੇਸ਼ਨ ਐਂਡ ਪ੍ਰੈਜੈਂਟੇਸ਼ਨ ਆਫ ਯੂਨੀਅਨ ਬਜਟ ਇਨਕਲੂਡਿੰਗ ਰੇਲਵੇ ਬਜਟ। ਠੀਕ ਹੈ, ਹੁਣ ਉਹ ਕੰਪੋਨੈਂਟ ਬਣ ਗਿਆ ਬਜਟ ਦਾ। ਓਕੇ, ਆਲਸੋ ਬਜਟ ਫॉर यूनियन टेरेटरीज विदाउट ਲੈਜਿਸਲੇਚਰ, ਬਜਟ ਫॉर ਸਟੇਟ ਅੰਡਰ ਪ੍ਰੈਜ਼ੀਡੈਂਟ ਰੂਲ। ਇਹ ਸਾਰਾ ਕੌਣ ਪ੍ਰੀਪੇਅਰ ਕਰਦਾ, ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰ। ਠੀਕ ਹੈ, ਬਜਟ ਯੂਨੀਅਨ ਟੈਰੇਟਰੀਜ਼ ਲਈ ਜਿੱਥੇ ਲੈਜਿਸਲੇਚਰ ਨਹੀਂ ਹੈ ਉਹਨਾਂ ਲਈ ਵੀ ਇਹ ਬਣਾਉਂਦੇ ਆ। ਦੈਨ ਬਜਟ ਸਟੇਟਸ ਲਈ ਜਿਹੜੀ ਕਿ ਪ੍ਰੈਜ਼ੀਡੈਂਟ ਰੂਲ ਦੇ ਅੰਡਰ ਹੈ ਉਹਨਾਂ ਲਈ। DEA ਅਨਾਊਂਸ ਕਰਦਾ ਇੰਟਰਸਟ ਰੇਟ ਸਮਾਲ ਸੇਵਿੰਗ ਸਕੀਮਸ ਦੀ, DEA ਅਸਾਈਨ ਕਰਦਾ ਇਨਫਰਾਸਟ੍ਰਕਚਰ ਸਟੇਟਸ ਪਰਟੀਕੂਲਰ ਸੈਕਟਰ ਨੂੰ। ਓਕੇ, ਹੁਣ ਨੈਕਸਟ ਆਪਣੇ ਕੋਲ ਹੈ ਟੈਕਸੇਸ਼ਨ ਇਨ ਇੰਡੀਆ। ਠੀਕ ਹੈ, ਟੈਕਸੇਸ਼ਨ ਕੀ ਹੁੰਦਾ, ਟੈਕਸ ਕੀ ਹੁੰਦਾ, ਮਨੀ ਜਿਹੜੀ ਕਿ ਟੈਕਸ ਪੇਅਰ ਭਰਦੇ ਨੇ ਗਵਰਨਮੈਂਟ ਨੂੰ। ਟੈਕਸ ਇੱਕ ਕੰਪਲਸਰੀ ਪੇਮੈਂਟ ਹੈ ਅਤੇ ਵੋਲੈਂਟਰੀ ਨਹੀਂ ਕਿ ਮਨ ਕੀਤਾ ਦਾ ਟੈਕਸ ਭਰਿਆ, ਨਹੀਂ ਕੀਤਾ ਤਾਂ ਨਹੀਂ ਭਰਿਆ, ਇਹ ਭਰਨਾ ਹੀ ਪੈਂਦਾ ਸਾਰਿਆਂ ਨੂੰ। ਓਕੇ, ਸੋ ਟੈਕਸ ਇੱਕ ਕੰਪਲਸਰੀ ਪੇਮੈਂਟ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਨਾ ਇਹ ਕੋਈ ਡੋਨੇਸ਼ਨ ਹੈ ਨਾ ਇਹ ਵੋਲੈਂਟਰੀ ਪੇਮੈਂਟ ਹੈ, ਇਹ ਇੱਕ ਕੰਪਲਸਰੀ ਪੇਮੈਂਟ ਹੈ, ਯਾਦ ਰੱਖਿਓ। ਠੀਕ ਹੈ, ਇਟ ਇਜ਼ ਕੰਪਲਸਰੀ ਐਜ਼ ਇਟ ਇਜ਼ ਐਸਟ੍ਰੈਕਟਿਡ ਬਾਈ ਗਵਰਨਮੈਂਟ ਥਰੂ ਲੈਜਿਸਲੇਚਰ। ਗਵਰਨਮੈਂਟ ਨੇ ਇਹਦੇ ਲਈ ਲਾਜ਼ ਬਣਾਏ ਹੋਏ ਨੇ ਕਿ ਕਿਵੇਂ ਟੈਕਸ ਲੱਗੂਗਾ, ਇਸ ਲਈ ਕੰਪਲਸਰੀ ਹੈ। ਅਗਰ ਟੈਕਸ ਪੇਅਰ ਟੈਕਸ ਨਾ ਭਰੇ ਜਾਂ ਫਿਰ ਟੈਕਸ ਨੂੰ ਖਾਏ ਤਾਂ ਲਾਅ ਦੇ ਨਾਲ ਉਹਨੂੰ ਪੁਨਿਸ਼ ਵੀ ਕੀਤਾ ਜਾ ਸਕਦਾ। ਜਿਹੜਾ ਟੈਕਸ ਸਿਸਟਮ ਹੈ ਇੰਡੀਆ ਦੇ ਵਿੱਚ ਉਹ 3 ਟਾਇਰ ਸਿਸਟਮ ਹੈ। ਠੀਕ ਹੈ, ਜਿਹੜਾ ਕਿ ਬੇਸਡ ਹੁੰਦਾ ਸੈਂਟਰਲ, ਸਟੇਟ ਗਵਰਨਮੈਂਟ ਅਤੇ ਲੋਕਲ ਗਵਰਨਮੈਂਟ ਆਰਗੇਨਾਈਜੇਸ਼ਨ ਦੇ ਵਿੱਚ, ਜਿਵੇਂ ਕਿ ਮਿਊਨਸਿਪੈਲਿਟੀਜ਼ ਹੋ ਗਈਆਂ ਅਤੇ ਪੰਚਾਇਤਸ ਹੋ ਗਈਆਂ। ਟੈਕਸ ਹੈ ਜਿਹੜਾ ਇੰਡੀਆ ਦੇ ਵਿੱਚ 3 ਏਜੰਸੀਜ਼ ਦੁਆਰਾ ਲੱਗਦਾ, ਸੈਂਟਰਲ ਗਵਰਨਮੈਂਟ, ਸਟੇਟ ਗਵਰਨਮੈਂਟ ਅਤੇ ਲੋਕਲ ਅਥਾਰਟੀਜ਼, ਜਿਵੇਂ ਕਿ ਪੰਚਾਇਤਸ ਹੋ ਗਈਆਂ ਅਤੇ ਮਿਊਨਸਿਪੈਲਿਟੀਜ਼ ਹੋ ਗਈਆਂ। ਹੁਣ ਦੇਖੋ, ਅਗਰ ਆਪਾਂ ਗੱਲ ਕਰੀਏ ਟੈਕਸ ਕਿਹੜੀ ਟਾਈਪ ਦਾ ਹੁੰਦਾ, ਇੱਕ ਹੁੰਦਾ ਡਾਇਰੈਕਟ ਟੈਕਸ, ਇੱਕ ਹੁੰਦਾ ਇਨਡਾਇਰੈਕਟ ਟੈਕਸ। ਇਹਦੇ ਵਿੱਚੋਂ ਬਹੁਤ ਕੁਐਸਚਨਸ ਆਉਂਦੇ ਪੇਪਰ 'ਚ, ਸੋ ਧਿਆਨ ਨਾਲ ਸੁਣਿਓ। ਸਭ ਤੋਂ ਪਹਿਲਾਂ ਡਾਇਰੈਕਟ ਟੈਕਸ। ਡਾਇਰੈਕਟ ਟੈਕਸ ਹੈ ਜਿਹੜਾ ਉਹ ਟੈਕਸ ਪੇਅਰ ਦੇ ਉੱਪਰ ਡਾਇਰੈਕਟਲੀ ਲੱਗਦਾ ਹੈ। ਠੀਕ ਹੈ, ਅਤੇ ਇਹ ਜਿਹੜਾ ਟੈਕਸ ਪੇਅਰ ਟੈਕਸ ਭਰਦਾ ਉਹ ਡਾਇਰੈਕਟਲੀ ਗਵਰਨਮੈਂਟ ਕੋਲ ਜਾਂਦਾ। ਠੀਕ ਹੈ, ਜੋ ਵੀ ਪਰਸਨ ਇਹਨੂੰ ਭਰਿਆ ਹੁੰਦਾ। ਡਾਇਰੈਕਟ ਟੈਕਸ ਹੈ ਜਿਹੜਾ ਉਹ ਜਿਹਨੇ, ਸਪੋਜ਼ ਕਰੋ ਇਹ ਪਰਸਨ ਹੈ, ਇਹਨੇ ਡਾਇਰੈਕਟ ਟੈਕਸ ਭਰਨਾ, ਇਹ ਨਹੀਂ ਗਾ ਵੀ ਇਹਦੀ ਥਾਂ 'ਤੇ ਕੋਈ ਹੋਰ ਭਰ ਦੂਗਾ, ਇਹਨੂੰ ਹੀ ਭਰਨਾ ਪਊਗਾ। ਠੀਕ ਹੈ, ਅਤੇ ਸਿੱਧਾ ਕਿਹਦੇ ਕੋਲ ਜਾਊਗਾ, ਗਵਰਨਮੈਂਟ ਕੋਲ। ਦਸ ਇਨ ਦਿਸ ਕੇਸ ਆਫ ਡਾਇਰੈਕਟ ਟੈਕਸ, ਇੰਸੀਡੈਂਸ ਆਫ ਟੈਕਸ, ਇੰਪੈਕਟ ਆਫ ਟੈਕਸਿਸ ਔਨ ਸੇਮ ਪਰਸਨ 'ਤੇ ਇੰਪੈਕਟ ਪੈਂਦਾ ਟੈਕਸ ਦਾ। ਠੀਕ ਹੈ, ਉਹ ਤੋਂ ਬਾਅਦ ਇਹਦੀ ਐਗਜ਼ਾਮਪਲ ਹੈ ਜਿਵੇਂ ਇਨਕਮ ਟੈਕਸ ਹੋ ਗਿਆ, ਕਾਰਪੋਰੇਟ ਟੈਕਸ ਹੋ ਗਿਆ। ਦੈਨ ਨੈਕਸਟ ਹੈ ਇਨਡਾਇਰੈਕਟ ਟੈਕਸ।
ਇਨਡਾਇਰੈਕਟ ਟੈਕਸ ਹੈ ਜਿਹੜਾ ਉਹ ਐਸਾ ਟੈਕਸ ਹੈ ਜਿਹੜਾ ਕਿ ਕੋਈ ਇੰਟਰਮੀਡੀਏਟਰੀ ਜਿਵੇਂ ਕਿ ਕੋਈ ਰਿਟੇਲ ਸਟੋਰ ਹੋ ਗਿਆ ਉਹ ਕਲੈਕਟ ਕਰਦੇ ਆ ਪਰਸਨ ਤੋਂ, ਠੀਕ ਹੈ। ਜਿਹੜਾ ਇਨਡਾਇਰੈਕਟ ਟੈਕਸ ਹੁੰਦਾ ਉਹ ਹੁੰਦਾ ਜਿਹੜਾ ਕਿ ਟੈਕਸ ਪੇਅਰ ਦੁਆਰਾ ਕਿਸੇ ਹੋਰ ਦੇ ਉੱਪਰ ਟ੍ਰਾਂਸਫਰ ਕੀਤਾ ਜਾਂਦਾ, ਦੈਨ ਉਹ ਪਰਸਨ ਫਿਰ ਗਵਰਨਮੈਂਟ ਨੂੰ ਭਰਦਾ, ਠੀਕ ਹੈ। ਸੋ ਇਨਡਾਇਰੈਕਟ ਟੈਕਸ ਹੈ ਜਿਹੜਾ ਇਹਦੇ ਵਿੱਚ ਜਿਹੜਾ ਇੰਪੈਕਟ ਹੈ ਟੈਕਸ ਦਾ ਅਤੇ ਇੰਸੀਡੈਂਸ ਹੈ ਟੈਕਸ ਦੀ ਉਹ ਸੇਮ ਪਰਸਨ ਦੇ ਉੱਪਰ ਨਹੀਂ ਹੁੰਦਾ। ਮਤਲਬ ਇੱਕ ਬੰਦੇ ਨੇ ਭਰਤਾ ਫਿਰ ਉਹ ਸ਼ਿਫਟ ਹੋਈ ਜਾਊਗਾ, ਠੀਕ ਹੈ। ਗਵਰਨਮੈਂਟ ਤੱਕ ਜਾਣ ਲਈ ਕਾਫੀ ਸਾਰੇ ਵਿੱਚ ਆ ਜਾਂਦੇ ਆ ਲੋਕ, ਓਕੇ। ਜਿਵੇਂ ਹੁਣ ਅਗਰ ਆਪਾਂ ਗੱਲ ਕਰੀਏ, ਅਗਰ ਕਰੰਟਲੀ GST ਦੀ ਗੱਲ ਕਰੀਏ, ਠੀਕ ਹੈ, ਅਗਰ ਆਪਾਂ ਕੋਈ ਵੀ ਕਲੋਥਸ ਵਗੈਰਾ ਖਰੀਦਣ ਜਾਂਦੇ ਹਾਂ ਜਾਂ ਕਿਤੇ ਵੀ ਕੋਈ ਖਾਣਾ ਖਾਣ ਜਾਂਦੇ ਹਾਂ ਤਾਂ ਆਪਾਂ ਨੂੰ ਉਹਦੇ ਲਈ GST ਭਰਨਾ ਪੈਂਦਾ ਹੈ। GST ਅਲਟੀਮੇਟਲੀ ਆਪਾਂ ਭਰ ਰਹੇ ਹਾਂ ਨਾ, ਅਤੇ ਉਹ GST ਹੈ ਜਿਹੜਾ ਉਹ ਆਪਾਂ ਉਹਨੂੰ ਦੇ ਰਹੇ ਹਾਂ ਬੇਸਿਕਲੀ ਜਿੱਥੇ ਆਪਾਂ ਖਾਣ ਜਾਂਦੇ ਹਾਂ ਜਾਂ ਜਿੱਥੋਂ ਆਪਾਂ ਕੱਪੜੇ ਵਗੈਰਾ ਖਰੀਦਣ ਜਾ ਰਹੇ ਹਾਂ, ਠੀਕ ਹੈ। ਦੈਨ ਜਿਹੜੇ ਉਹ ਰੈਸਟੋਰੈਂਟਸ ਹੈ ਜਾਂ ਫਿਰ ਜਿਹੜੇ ਉਹ ਸਟੋਰਸ ਨੇ ਉਹ ਅਲਟੀਮੇਟਲੀ ਫਿਰ ਉਹ ਗਵਰਨਮੈਂਟ ਨੂੰ ਪੇ ਕਰਦੇ ਆ, ਠੀਕ ਹੈ। ਉਹਨਾਂ ਦੀ ਐਵੇਂ ਚੇਨ ਬਣੀ ਹੁੰਦੀ ਹੈ, ਕਹਿਣ ਦਾ ਮਤਲਬ। ਡਾਇਰੈਕਟ ਟੈਕਸ 'ਚ ਕੀ ਹੈ ਕਿ ਆਪਾਂ ਨੇ ਗਵਰਨਮੈਂਟ ਦੀ ਸਾਈਟ 'ਤੇ ਜਾ ਕੇ ਇਨਕਮ ਟੈਕਸ ਫਿਲ ਕਰਤਾ, ਠੀਕ ਹੈ। ਬਟ ਇਹਦੇ ਵਿੱਚ ਜਿਹੜਾ ਇਨਡਾਇਰੈਕਟ ਟੈਕਸ ਹੁੰਦਾ ਉਹਦੇ ਵਿੱਚ ਇੰਟਰਮੀਡੀਏਟਰੀਜ਼ ਆ ਜਾਂਦੇ ਨੇ। ਉਹ ਤੋਂ ਬਾਅਦ ਨੈਕਸਟ ਹੈ ਡਾਇਰੈਕਟ ਅਤੇ ਇਨਡਾਇਰੈਕਟ ਟੈਕਸ ਬਾਰੇ ਕੁਛ ਹੋਰ ਚੀਜ਼ਾਂ ਦੇਖਦੇ ਹਾਂ। ਇਹਦੇ ਵਿੱਚ ਇੱਕ ਆਹ ਇੰਪੋਰਟੈਂਟ ਹੈ, ਉੱਪਰਲੇ 2 ਪੁਆਇੰਟਸ ਆਪਾਂ ਨੇ ਪੜ੍ਹ ਲਏ। ਦੇਖੋ ਜਿਹੜਾ ਡਾਇਰੈਕਟ ਟੈਕਸ ਹੁੰਦਾ ਉਹ ਪ੍ਰੋਗਰੈਸਿਵ ਹੁੰਦਾ ਨੇਚਰ ਦੇ ਵਿੱਚ। ਮਤਲਬ ਕੀ ਹੈ ਕਿ ਪ੍ਰੋਗਰੈਸਿਵ ਮਤਲਬ ਕੀ ਹੈ ਕਿ ਜਿਵੇਂ ਜਿਵੇਂ ਇਨਕਮ ਵਧੂਗੀ ਕਿਸੇ ਪਰਸਨ ਦੀ ਉਵੇਂ ਉਵੇਂ ਜਿਹੜਾ ਟੈਕਸ ਹੈ ਉਹ ਵੀ ਵਧੂਗਾ। ਅਤੇ ਜਿਹੜਾ ਇਨਡਾਇਰੈਕਟ ਟੈਕਸ ਹੈ ਜਿਵੇਂ GST ਉਹ ਰਿਗਰੈਸਿਵ ਟੈਕਸ ਹੈ ਨੇਚਰ ਦੇ ਵਿੱਚ, ਠੀਕ ਹੈ। ਚਾਹੇ ਕੋਈ ਬੰਦਾ ਰਿਚ ਹੈ ਚਾਹੇ ਪੂਅਰ ਹੈ ਉਹਨਾਂ ਨੂੰ ਸੇਮ ਟੈਕਸ ਪਊਗਾ ਗੁਡਸ ਐਂਡ ਸਰਵਿਸਿਜ਼ 'ਤੇ, ਠੀਕ ਹੈ। ਇਸ 'ਚ ਇਹ ਚੀਜ਼ ਨਹੀਂ ਮਾਇਨੇ ਰੱਖਦੀ ਕਿ ਉਹ ਬੰਦਾ ਕਿੰਨਾ ਕਮਾਉਂਦਾ, ਠੀਕ ਹੈ। ਹੁਣ ਸਪੋਜ਼ ਕਰੋ ਕੋਈ ਰੈਸਟੋਰੈਂਟ ਹੈ, ਉਹ ਰੈਸਟੋਰੈਂਟ ਦੇ ਵਿੱਚ ਤੁਸੀਂ ਖਾਣਾ ਖਾਣ ਗਏ, ਠੀਕ ਹੈ। ਤੁਸੀਂ ਉੱਥੇ GST ਪੇ ਕੀਤਾ। ਹੁਣ ਕੋਈ ਬੰਦਾ ਬਹੁਤ ਅਮੀਰ ਹੈ ਜਾਂ ਕੋਈ ਬੰਦਾ ਬਹੁਤ ਗਰੀਬ ਹੈ, ਅਗਰ ਉਹ ਰੈਸਟੋਰੈਂਟ ਦੇ ਵਿੱਚ ਉਹ ਪਰਸਨ ਖਾਣਾ ਖਾਣ ਜਾ ਰਿਹਾ ਤਾਂ ਉਹਨੂੰ ਸੇਮ ਟੈਕਸ ਭਰਨਾ ਪਊਗਾ ਸਾਰੇ ਕਿਤੇ, ਠੀਕ ਹੈ। ਉਹ ਤੋਂ ਬਾਅਦ ਨੈਕਸਟ ਹੁਣ ਟੈਕਸ ਦੇ ਕੁਛ ਹੋਰ ਟਾਈਪਸ ਹੁੰਦੀਆਂ ਨੇ ਅਕੋਰਡਿੰਗ ਟੂ ਫੇਅਰਨੈਸ। ਕਿਹੜੀ ਟਾਈਪਸ ਹੈ? ਪ੍ਰੋਪੋਰਸ਼ਨਲ, ਪ੍ਰੋਗਰੈਸਿਵ ਅਤੇ ਰੀਗਰੈਸਿਵ। ਸਭ ਤੋਂ ਪਹਿਲਾਂ ਅਗਰ ਆਪਾਂ ਪ੍ਰੋਪੋਰਸ਼ਨਲ ਟੈਕਸ ਦੀ ਗੱਲ ਕਰੀਏ, ਇਹ ਉਹ ਟੈਕਸ ਹੈ ਜਿਹੜਾ ਕਿ ਸਾਰੇ ਇਨਕਮ ਗਰੁੱਪਸ ਤੋਂ ਸੇਮ ਪਰਸੈਂਟੇਜ ਆਫ ਇਨਕਮ ਲੈਂਦਾ ਹੈ। ਫੋਰ ਐਗਜ਼ਾਮਪਲ, ਇਫ ਗਵਰਨਮੈਂਟ ਡਿਸਾਈਡ ਟੂ ਹੈਵ ਸਿੰਗਲ ਸਲੈਬ ਇਨ ਇਨਕਮ ਟੈਕਸ ਰੇਟ, then percentage of income paid in taxes will be same for low income group, middle income group and high income group. Proportional tax ਕੀ ਹੁੰਦਾ ਕਿ ਇਹਦੇ ਵਿੱਚ ਇਨਕਮ ਮਾਇਨੇ ਨਹੀਂ ਰੱਖਦੀ, ਠੀਕ ਹੈ। ਬੰਦੇ ਦੀ ਇਨਕਮ ਚਾਹੇ ਜ਼ਿਆਦਾ ਹੈ ਚਾਹੇ ਘੱਟ ਹੈ ਉਹਨੂੰ ਸੇਮ ਟੈਕਸ ਭਰਨਾ ਪਊਗਾ। ਹੁਣ ਇਸ 'ਚ ਐਗਜ਼ਾਮਪਲ ਕੀ ਦਿੱਤੀ ਹੈ ਕਿ ਸਪੋਜ਼ ਕਰੋ ਇਨਕਮ ਟੈਕਸ ਦੇ ਲਈ ਗਵਰਨਮੈਂਟ ਇੱਕ ਸਿੰਗਲ ਸਲੈਬ ਰੱਖ ਦੇ ਕਿ 30% ਤੁਹਾਨੂੰ ਆਪਣੀ ਇਨਕਮ ਦਾ ਭਰਨਾ ਪਊਗਾ। ਅਗਰ ਕੋਈ ਚਾਹੇ ਸਾਲ ਦਾ 1 ਕਰੋੜ ਕਮਾ ਰਿਹਾ ਚਾਹੇ ਕੋਈ ਬੰਦਾ 1 ਸਾਲ ਦਾ 1 ਲੱਖ ਰੁਪਇਆ ਕਮਾ ਰਿਹਾ, ਠੀਕ ਹੈ, ਉਹਨੂੰ 30% ਦੇਣਾ ਪਊਗਾ। ਸੋ ਇਹ ਕੀ ਹੋ ਗਿਆ? ਪ੍ਰੋਪੋਰਸ਼ਨਲ ਟੈਕਸ। ਉਹ ਤੋਂ ਬਾਅਦ ਨੈਕਸਟ ਹੈ ਪ੍ਰੋਗਰੈਸਿਵ ਟੈਕਸ। ਪ੍ਰੋਗਰੈਸਿਵ ਟੈਕਸ ਹੈ ਜਿਹੜਾ ਉਹਦੇ ਵਿੱਚ ਕੀ ਹੈ ਕਿ ਅਗਰ ਕਿਸੇ ਦੀ ਇਨਕਮ ਜ਼ਿਆਦਾ ਹੈ ਉਹਨੂੰ ਜ਼ਿਆਦਾ ਟੈਕਸ ਦੇਣਾ ਪਊਗਾ, ਅਗਰ ਕਿਸੇ ਦੀ ਇਨਕਮ ਘੱਟ ਹੈ ਉਹਨੂੰ ਘੱਟ ਦੇਣਾ ਪਊਗਾ। ਜਿਵੇਂ ਕਿ ਇਨਕਮ ਟੈਕਸ ਰੇਟ ਹੈ ਇੰਡੀਆ ਦੇ ਵਿੱਚ, ਠੀਕ ਹੈ, ਟੈਕਸ ਰੇਟ ਗੋਜ਼ ਅਪ ਜਿਵੇਂ ਕਿ ਇਨਕਮ ਵੱਧਦੀ ਹੈ। ਰਿਚ ਪੀਪਲ ਹੈ ਜਿਹੜੇ ਉਹ ਜ਼ਿਆਦਾ ਟੈਕਸ ਭਰਦੇ ਆ, ਜਿਹੜੇ ਪੂਅਰ ਨੇ ਉਹ ਘੱਟ ਭਰਦੇ ਆ। ਉਹ ਤੋਂ ਬਾਅਦ ਨੈਕਸਟ ਹੈ ਰੀਗਰੈਸਿਵ ਟੈਕਸ, ਅ ਟੈਕਸ ਦੈਟ ਟੇਕਸ ਅ ਲਾਰਜਰ ਪਰਸੈਂਟੇਜ ਆਫ ਇਨਕਮ ਫਰੋਮ ਲੋ ਇਨਕਮ ਗਰੁੱਪ ਦੈਨ ਫਰੋਮ ਹਾਇਰ ਇਨਕਮ ਗਰੁੱਪ। ਰੀਗਰੈਸਿਵ ਟੈਕਸ ਕਿਹੜਾ ਹੁੰਦਾ? ਐਸਾ ਟੈਕਸ ਜਿਹਦੀ ਇਨਕਮ ਘੱਟ ਹੈ ਉਹ ਬੰਦੇ ਨੂੰ ਜ਼ਿਆਦਾ ਭਰਨਾ ਪੈਂਦਾ ਐਜ਼ ਕੰਪੇਅਰ ਟੂ ਜਿਹਦੀ ਇਨਕਮ ਵੱਧ ਹੈ। ਜਿਵੇਂ ਕਿ ਇਨਡਾਇਰੈਕਟ ਟੈਕਸ ਜਿਵੇਂ ਸੋਇਆ ਆਇਲ 'ਤੇ ਹੋ ਗਿਆ, ਸਪੋਜ਼ ਉਹ 18% ਹੈ। ਲੋਅਰ ਇਨਕਮ ਗਰੁੱਪ ਹੈ ਜਿਹੜੇ ਉਹ ਹਾਈ ਪੋਰਸ਼ਨ ਭਰਨਗੇ ਆਪਣੀ ਇਨਕਮ ਦਾ ਟੈਕਸ ਕਿਉਂਕਿ ਉਹ ਜ਼ਿਆਦਾ ਖਰੀਦਣਗੇ ਸੋਇਆ ਆਇਲ ਨੂੰ ਐਜ਼ ਕੰਪੇਅਰ ਟੂ ਕਿ ਰਿਚ ਲੋਕ, ਠੀਕ ਹੈ। ਸੋ ਇਹ ਮਤਲਬ ਹੋਇਆ। ਉਹ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਡਾਇਰੈਕਟ ਟੈਕਸ ਦੇ ਬਾਰੇ। ਦੇਖੋ ਜਿਹੜਾ ਡਾਇਰੈਕਟ ਟੈਕਸ ਹੁੰਦਾ ਜਿਹੜਾ ਇਨਕਮ 'ਤੇ ਲੱਗਦਾ। ਹੁਣ ਯੂਨੀਅਨ ਗਵਰਨਮੈਂਟ ਕਿਹੜੇ ਇੰਪਲੀਮੈਂਟ ਕਰਦੀ ਹੈ ਟੈਕਸ, ਇੰਪੋਜ਼ ਕਰਦੀ ਹੈ, ਅਤੇ ਸਟੇਟ ਗਵਰਨਮੈਂਟ ਕਿਹੜੇ। ਦੇਖੋ ਯੂਨੀਅਨ ਗਵਰਨਮੈਂਟ ਜਿਵੇਂ ਕਾਰਪੋਰੇਟ ਟੈਕਸ ਹੋ ਗਿਆ, ਮਿਨੀਮਮ ਅਲਟਰਨੇਟ ਟੈਕਸ ਹੋ ਗਿਆ, ਇਨਕਮ ਟੈਕਸ ਹੋ ਗਿਆ, ਕੈਪੀਟਲ ਗੇਨ ਟੈਕਸ ਹੋ ਗਿਆ, ਡਿਵੀਡੈਂਡ ਡਿਸਟਰੀਬਿਊਸ਼ਨ ਟੈਕਸ ਹੋ ਗਿਆ, ਬਟ ਹੁਣ ਇਹਨੂੰ ਐਬੋਲਿਸ਼ ਕਰ ਦਿੱਤਾ ਗਿਆ, ਪਹਿਲਾਂ ਹੁੰਦਾ ਸੀ। ਦੈਨ ਸਟੇਟ ਗਵਰਨਮੈਂਟ ਐਗਰੀਕਲਚਰ ਇਨਕਮ ਟੈਕਸ, ਪ੍ਰੋਫੈਸ਼ਨਲ ਟੈਕਸ, ਠੀਕ ਹੈ। ਉਹ ਤੋਂ ਬਾਅਦ ਡਾਇਰੈਕਟ ਟੈਕਸ ਦੀ ਸੈਕਿੰਡ ਕੈਟੇਗਰੀ ਹੈ ਐਸੈਟ ਟ੍ਰਾਂਜੈਕਸ਼ਨਸ 'ਤੇ। ਯੂਨੀਅਨ ਗਵਰਨਮੈਂਟ ਕਿਹੜੀ ਲਗਾਉਂਦੀ ਹੈ? ਸਿਕਿਉਰਿਟੀਜ਼ ਟ੍ਰਾਂਜੈਕਸ਼ਨ ਟੈਕਸ, ਕੋਮੋਡਿਟੀਜ਼ ਟ੍ਰਾਂਜੈਕਸ਼ਨ ਟੈਕਸ, ਵੈਲਥ ਟੈਕਸ, ਬੈਂਕਿੰਗ ਕੈਸ਼ ਟ੍ਰਾਂਜੈਕਸ਼ਨ ਟੈਕਸ ਅਤੇ ਐਸਟੇਟ ਡਿਊਟੀ। ਹੁਣ ਇਹ ਤਿੰਨੋਂ ਐਬੋਲਿਸ਼ ਹੋ ਗਈਆਂ ਬਟ ਯੂਨੀਅਨ ਗਵਰਨਮੈਂਟ ਕਲੈਕਟ ਕਰਦੀ ਹੈ। ਦੈਨ ਅਗਰ ਸਟੇਟ ਗਵਰਨਮੈਂਟ ਦੀ ਗੱਲ ਕਰੀਏ, ਲੈਂਡ ਰੈਵਨਿਊ, ਸਟੈਂਪ ਔਰ ਰਜਿਸਟ੍ਰੇਸ਼ਨ ਡਿਊਟੀ, ਪ੍ਰੋਪਰਟੀ ਟੈਕਸ ਹੋ ਗਿਆ ਅਰਬਨ ਏਰੀਆਜ਼ ਦੇ ਵਿੱਚ, ਇਹ ਸਭ ਸਟੇਟ ਗਵਰਨਮੈਂਟ ਕੋਲ ਜਾਂਦਾ। ਉਹ ਤੋਂ ਬਾਅਦ ਐਕਸਪੈਂਡੀਚਰ 'ਤੇ ਜਿਵੇਂ ਹੋਟਲ ਰਸੀਦ ਟੈਕਸ, ਗਿਫਟ ਟੈਕਸ, ਫ੍ਰਿੰਜ ਬੈਨੀਫਿਟ ਟੈਕਸ, ਵੈਨ ਦਾ ਇੰਪਲੋਇਰ ਗਿਵ ਬੈਨੀਫਿਟ ਟੂ ਇੰਪਲੋਏ ਅਪਾਰਟ ਫਰੋਮ ਸੈਲਰੀ, ਤਾਂ ਇਹ ਸਾਰਿਆਂ 'ਤੇ ਟੈਕਸ ਲੱਗਦਾ। ਬਟ ਹੁਣ ਜਿਹੜੇ ਇਹ ਟੈਕਸ ਨੇ ਇਹਨਾਂ ਨੂੰ ਅਬੋਲਿਸ਼ ਕਰ ਦਿੱਤਾ ਗਿਆ, ਠੀਕ ਹੈ, ਪਹਿਲਾਂ ਲੱਗਦੇ ਹੁੰਦੇ ਸੀ।
ਉਹ ਤੋਂ ਬਾਅਦ ਨੈਕਸਟ ਹੈ ਯੂਨੀਅਨ ਟੈਕਸ। यूनियन टैक्स ਕਿਹੜਾ ਹੁੰਦਾ ਦੇਖੋ ਕੰਪਿਊਟਡ ਔਨ ਟੈਕਸੇਬਲ ਇਨਕਮ ਪ੍ਰੋਫਿਟ ਟ੍ਰਾਂਜੈਕਸ਼ਨ। ਜਿਹੜਾ ਯੂਨੀਅਨ ਟੈਕਸ ਹੈ ਉਹ ਟੈਕਸੇਬਲ ਇਨਕਮ ਪ੍ਰੋਫਿਟ ਤੇ ਟ੍ਰਾਂਜੈਕਸ਼ਨ ਦੇ ਉੱਪਰ ਲੱਗਦਾ ਹੈ। ਯੂਨੀਅਨ ਟੈਕਸ ਹੈ ਜਿਹੜਾ ਕੰਸੋਲੀਡੇਟ ਫੰਡ ਆਫ ਇੰਡੀਆ 'ਚ ਜਾਂਦਾ ਹੈ, ਠੀਕ ਹੈ। ਤੇ ਹੁਣ ਇਹਨੂੰ ਡਿਵਾਈਡ ਕਰਦਾ ਯੂਨੀਅਨ ਤੇ ਸਟੇਟ ਗਵਰਨਮੈਂਟ ਦੇ ਵਿੱਚ ਐਜ਼ ਪਰ ਫਾਈਨਾਂਸ ਕਮਿਸ਼ਨ ਫਾਰਮੂਲਾ। ਉਹ ਤੋਂ ਬਾਅਦ ਨੈਕਸਟ ਹੈ ਸਰਚਾਰਜ। ਸਰਚਾਰਜ ਕੀ ਹੁੰਦਾ ਕੰਪਿਊਟਡ ਔਨ ਟੈਕਸ ਅਮਾਊਂਟ, ਸੋ ਇਟਸ ਅ ਟੈਕਸ ਔਨ ਟੈਕਸ। ਸਰਚਾਰਜ ਕੀ ਹੁੰਦਾ ਟੈਕਸ ਅਮਾਊਂਟ ਦੇ ਉੱਪਰ ਜਿਹੜਾ ਟੈਕਸ ਲੱਗਦਾ ਹੈ, ਠੀਕ ਹੈ। ਜਿਹੜੀ ਇਹ ਅਮਾਊਂਟ ਹੁੰਦੀ ਹੈ CFI ਕੋਲ ਜਾਂਦੀ ਹੈ ਤੇ ਇਹਨੂੰ ਸਟੇਟਸ ਦੇ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ। Usually cess do not have any clear objective in prefix, so it may be used for any purpose. Exception is 10% social welfare surcharge on custom duty on imported goods. This will use for welfare scheme of the union. ਜਿਵੇਂ ਸਰਚਾਰਜ ਕਿੱਥੇ ਲੱਗਦਾ ਹੈ, ਜਿਵੇਂ ਕਿ ਇੰਪੋਰਟਡ ਗੁੱਡਸ ਨੇ, ਜਿਹੜੀ ਬਾਹਰੋਂ ਗੁੱਡਸ ਆਉਂਦੇ ਉਹਨਾਂ ਉੱਪਰ ਸਰਚਾਰਜ ਟੈਕਸ ਲਗਾ ਦਿੰਦੇ ਨੇ, ਠੀਕ ਹੈ। ਮਤਲਬ ਟੈਕਸੇਬਲ ਗੁੱਡਸ ਤੇ ਟੈਕਸ ਲਗਾਉਣਾ ਉਹਨੂੰ ਬੋਲਦੇ ਆ ਸਰਚਾਰਜ। ਇਹ ਕਿਉਂ ਲਗਾਉਂਦੇ ਨੇ, ਤਾਂ ਕਿ ਜਿਹੜੀ ਯੂਨੀਅਨ ਗਵਰਨਮੈਂਟ ਹੈ ਉਹ ਪੈਸੇ ਨੂੰ ਯੂਜ਼ ਕਰ ਸਕੇ ਸੋਸ਼ਲ ਵੈਲਫੇਅਰ ਸਕੀਮਸ ਦੇ ਵਿੱਚ। ਸੋ ਬੇਸਿਕਲੀ ਦੇਖੋ ਕੀ ਹੈ, ਅਗਰ ਆਪਾਂ ਗੱਲ ਕਰੀਏ ਸਰਚਾਰਜ ਦੀ, ਸਰਚਾਰਜ ਬੇਸਿਕਲੀ ਜਿਵੇਂ ਆਪਣੇ ਕੋਲ ਕੋਈ ਗੁੱਡ ਦੀ ਜਿੰਨੀ ਕੀਮਤ ਦਿੱਤੀ ਹੋਈ ਹੈ ਨਾ, ਉਹਦੇ ਉੱਪਰ ਜਿਹੜਾ ਐਕਸਟਰਾ ਟੈਕਸ ਲੱਗਦਾ, ਫੀ ਲੱਗਦੀ, ਉਹਨੂੰ ਆਪਾਂ ਬੋਲ ਦਿੰਦੇ ਹਾਂ ਸਰਚਾਰਜ। ਐਲੀਮੈਂਟ ਟਰਮ 'ਚ ਦੱਸ ਰਹੀ ਹਾਂ ਤੁਹਾਨੂੰ ਮੈਂ। ਨੈਕਸਟ ਨੂੰ ਆਪਾਂ ਗੱਲ ਕਰਦੇ ਹਾਂ ਸੈਸ ਦੀ। ਸੈਸ ਕੀ ਹੁੰਦਾ ਟੈਕਸ ਔਨ ਟੈਕਸ, ਠੀਕ ਹੈ, ਤੇ ਗਵਰਨਮੈਂਟ ਦੁਆਰਾ ਲਗਾਇਆ ਜਾਂਦਾ ਕਿਸੇ ਸਪੈਸੀਫਿਕ ਪਰਪਸ ਦੇ ਲਈ। ਓਕੇ, ਜਿਹੜਾ ਸੈਸ ਹੈ ਉਹ ਡਾਇਰੈਕਟ ਤੇ ਇਨਡਾਇਰੈਕਟ ਟੈਕਸ ਦੋਨੋਂ ਉੱਪਰ ਲੱਗਦਾ ਹੈ। ਕਲੀਅਰ ਆਬਜੈਕਟਿਵ ਹੈ ਜਿਹੜਾ ਉਹ ਮੈਂਸ਼ਨ ਕੀਤਾ ਹੁੰਦਾ ਕਿ ਸੈਸ ਕਿਉਂ ਲਗਾਇਆ ਜਾ ਰਿਹਾ, ਠੀਕ ਹੈ। ਤੇ ਜਿਹੜਾ ਸੈਸ ਦੇ ਨਾਲ ਅਮਾਊਂਟ ਇਕੱਠੀ ਹੁੰਦੀ ਹੈ ਉਹ ਕਿਸੇ ਹੋਰ ਚੀਜ਼ ਦੇ ਉੱਪਰ ਸਪੈਂਡ ਨਹੀਂ ਕੀਤੀ ਜਾਂਦੀ। ਜਿਹੜੀ ਚੀਜ਼ ਤੇ ਲਗਾਇਆ ਗਿਆ ਹੁੰਦਾ ਉਹਦੇ ਲਈ ਹੀ ਉਹਨੂੰ ਯੂਜ਼ ਕੀਤਾ ਜਾਂਦਾ, ਠੀਕ ਹੈ। ਸਪੈਸੀਫਿਕ ਸੋਸ਼ਲ ਇਕਨੋਮਿਕ ਗੋਲਸ ਨੂੰ ਪੂਰਾ ਕਰਨ ਦੇ ਲਈ ਜਿਹੜਾ ਸੈਸ ਹੈ ਉਹ ਟੈਕਸ ਦੇ ਉੱਪਰ ਲਗਾਇਆ ਜਾਂਦਾ ਹੈ। ਓਕੇ, ਅਗਰ ਆਪਾਂ ਗੱਲ ਕਰੀਏ ਜਿਵੇਂ ਇਨਵਾਇਰਮੈਂਟ ਦੇ ਲਈ ਲਗਾਤਾ, ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਇਨਫਰਾਸਟਰਕਚਰ ਸੈਸ ਔਨ ਮੋਟਰ ਵਹੀਕਲ, ਕਲੀਨ ਇਨਵਾਇਰਮੈਂਟ ਸੈਸ, ਕ੍ਰਿਸ਼ੀ ਕਲਿਆਣ ਸੈਸ, ਦੈਨ ਐਜੂਕੇਸ਼ਨ ਸੈਸ। ਜਿਹੜਾ ਹੁਣ ਜਿਵੇਂ ਐਜੂਕੇਸ਼ਨ ਸੈਸ ਹੈ ਤਾਂ ਇਹਦੇ ਵਿੱਚ ਜਿਹੜੀ ਅਮਾਊਂਟ ਇਕੱਠੀ ਹੋਊਗੀ ਉਹ ਐਜੂਕੇਸ਼ਨ ਪਰਪਸ ਲਈ ਹੀ ਯੂਜ਼ ਹੋਊਗੀ, ਠੀਕ ਹੈ, ਕਿਸੇ ਹੋਰ ਪਰਪਸ ਲਈ ਯੂਜ਼ ਨਹੀਂ ਹੋਊਗੀ। ਓਕੇ, ਉਹ ਤੋਂ ਬਾਅਦ ਜਿਹੜਾ ਸੈਸ ਹੈ ਉਹ CFI ਕੋਲ ਜਾਂਦਾ, ਦੈਟ ਇਜ਼ ਕੰਸੋਲੀਡੇਟ ਫੰਡ ਆਫ ਇੰਡੀਆ, ਤੇ ਫਿਰ ਉੱਥੋਂ ਸਪੈਸੀਫਿਕ ਫੰਡ ਦੇ ਵਿੱਚ ਪਬਲਿਕ ਅਕਾਊਂਟਸ ਦੇ ਵਿੱਚ ਜਿਹਦੇ ਲਈ ਉਹਨੂੰ ਯੂਜ਼ ਕਰਨਾ ਹੈ, ਠੀਕ ਹੈ। ਜਿਹੜਾ ਸੈਸ ਹੈ ਉਹ ਸਟੇਟਸ ਦੇ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ। ਓਕੇ, ਤੇ ਜਿਹੜੀ GST ਕੰਪਨਸੇਸ਼ਨ ਸੈਸ ਹੈ ਉਹਨੂੰ ਸਟੇਟਸ ਦੇ ਨਾਲ ਸ਼ੇਅਰ ਕੀਤਾ ਜਾਂਦਾ, ਸਿੰਪਲ ਸੈਸ ਨੂੰ ਸ਼ੇਅਰ ਨਹੀਂ ਕੀਤਾ ਜਾਂਦਾ। ਓਕੇ, ਉਹ ਤੋਂ ਬਾਅਦ ਨੈਕਸਟ ਇਨਕਮ ਟੈਕਸ। ਇਨਕਮ ਟੈਕਸ ਦੇ ਬਾਰੇ ਇੱਕ ਪਰਸਨ ਦਾ ਨਾਮ ਯਾਦ ਰੱਖਿਓ, ਜੇਮਸ ਵਿਲਸਨ, ਜੋ ਕਿ ਫਾਈਨੈਂਸ਼ੀਅਲ ਮੈਂਬਰ ਸੀ ਕਾਊਂਸਿਲ ਆਫ ਇੰਡੀਆ ਦੇ, ਫਾਊਂਡਰ ਸੀ ਇਕਨੋਮਿਸਟ ਮੈਗਜ਼ੀਨ ਐਂਡ ਸਟੈਂਡਰਡ ਚਾਰਟਰਡ ਬੈਂਕ। ਉਹਨਾਂ ਨੇ ਇਨਕਮ ਟੈਕਸ ਨੂੰ ਇੰਟਰੋਡਿਊਸ ਕੀਤਾ ਸੀ ਇੰਡੀਆ ਦੇ ਵਿੱਚ 24 ਜੁਲਾਈ 1860 ਦੇ ਵਿੱਚ, ਤਾਂ ਕਿ ਜਿਹੜੇ ਬ੍ਰਿਟਿਸ਼ ਲੌਸਿਸ ਹੋਏ ਹੈ 1857 ਸਿਪਾਹੀ ਮਿਊਟੀਨਿਟੀ ਦੇ ਦੌਰਾਨ ਉਹਨਾਂ ਨੂੰ ਕੰਪਨਸੇਟ ਕੀਤਾ ਜਾਵੇ। Suppose the gross income of an Indian resident is rupees 9 lakh. Out of this gross income, first we have to subtract the tax deduction and tax exemption like income from agriculture, investment made in provident fund, NPs, LIC, medical insurance, house rent allowance, money donated in eligible charitable funds, repayment of own education loan. After subtracting such things, suppose taxable income is 5,50,000. From this amount, salaried individual get deduction of rupees 5 lakh. Okay, so ਹੁਣ ਜਿਹੜੀ ਆਪਣੇ ਕੋਲ 5 ਲੱਖ ਹੋਏ ਟੈਕਸੇਬਲ ਇਨਕਮ ਹੈ, ਠੀਕ ਹੈ। ਮਤਲਬ ਇੱਥੇ ਤੁਹਾਨੂੰ ਸਮਝਾਇਆ ਕਿ ਐਗਜ਼ਾਮਪਲ ਦੇ ਨਾਲ, ਸਪੋਜ਼ ਕਿਸੇ ਪਰਸਨ ਦੀ ਸੈਲਰੀ ਕਿੰਨੀ ਹੈ 9 ਲੱਖ ਰੁਪੀਜ਼ ਇੱਕ ਸਾਲ ਦੀ, ਤੇ ਉਹਨੇ ਕਾਫੀ ਸਾਰੀ ਐਕਟੀਵਿਟੀਜ਼ ਦੇ ਵਿੱਚ ਜਿਹੜੇ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ ਉਹਦੇ ਵਿੱਚ ਇਨਵੈਸਟਮੈਂਟ ਕਰਤੀ। ਸੋ ਉਹਨਾਂ ਨੇ ਅਲੱਗ-ਅਲੱਗ ਜਗ੍ਹਾ 'ਤੇ ਇਨਵੈਸਟ ਕਰਤਾ, ਤਾਂ ਉਹਦੀ ਕਿੰਨੀ ਰਹਿ ਗਈ ਸੈਲਰੀ 5,50,000 ਰੁਪੀਜ਼, ਠੀਕ ਹੈ। ਅਤੇ ਹੁਣ ਗਵਰਨਮੈਂਟ ਆਪਾਂ ਨੂੰ ਪਤਾ ਹੈ ਕਿ ਅਗਰ ਕਿਸੇ ਦੀ ਸਾਲਾਨਾ ਇਨਕਮ 5 ਲੱਖ ਹੈ ਤਾਂ ਉਹਨੂੰ ਕੋਈ ਵੀ ਇਨਕਮ ਟੈਕਸ ਨਹੀਂ ਭਰਨਾ ਪੈਂਦਾ। ਸੋ ਤੁਸੀਂ ਇਹਦੇ ਵਿੱਚੋਂ 5 ਲੱਖ ਵੀ ਮਾਈਨਸ ਕਰ ਦਿਓ, ਯਾਨੀ ਕਿ ਉਹਨੂੰ ਪਰਸਨ ਨੂੰ ਟੈਕਸ ਜਿਹੜਾ ਇਨਕਮ ਟੈਕਸ ਦੇਣਾ ਪਊਗਾ ਉਹ ਕਿੰਨੇ ਰੁਪੀਜ਼ 'ਤੇ ਦੇਣਾ ਪਊਗਾ 50,000 'ਤੇ, ਠੀਕ ਹੈ। ਇਹਦੇ ਵਿੱਚ ਇਹ ਸਮਝਾਇਆ ਹੋਇਆ। ਉਹ ਤੋਂ ਬਾਅਦ ਨੈਕਸਟ ਇੰਡਾਇਰੈਕਟ ਟੈਕਸ। ਜਿਹੜਾ ਇੰਡਾਇਰੈਕਟ ਟੈਕਸ ਹੁੰਦਾ ਉਹ ਐਸਾ ਟੈਕਸ ਹੁੰਦਾ ਜਿਹੜੀ ਕਿ ਕੋਈ ਇੰਟਰਮੀਡੀਏਟਰੀ ਜਿਵੇਂ ਕਿ ਕੋਈ ਰਿਟੇਲ ਸਟੋਰ ਵਗੈਰਾ ਉਹ ਕਲੈਕਟ ਕਰਦਾ ਪਰਸਨ ਤੋਂ, ਠੀਕ ਹੈ। ਇੰਡਾਇਰੈਕਟ ਟੈਕਸ ਦੇ ਵਿੱਚ ਜਿਹੜਾ ਟੈਕਸ ਇੰਸੀਡੈਂਸ ਅਤੇ ਟੈਕਸ ਇੰਪੈਕਟ ਹੈ ਉਹ ਸੇਮ ਪਰਸਨ ਦੇ ਉੱਪਰ ਨਹੀਂ ਪੈਂਦਾ, ਜਿਵੇਂ ਕਸਟਮ ਡਿਊਟੀ ਔਨ ਇੰਪੋਰਟ ਐਕਸਪੋਰਟ, ਐਕਸਾਈਜ਼ ਡਿਊਟੀ ਮੈਨੂਫੈਕਚਰਿੰਗ ਆਫ ਗੁੱਡਸ ਅਤੇ ਸਰਵਿਸ ਟੈਕਸ ਔਨ ਸਰਵਿਸਿਜ਼, ਸੇਲਸ ਟੈਕਸ ਹੋ ਗਿਆ, ਦੈਨ ਵੈਲਿਊ ਐਡਿਡ ਟੈਕਸ ਹੋ ਗਿਆ, GST ਹੋ ਗਿਆ, ਦੈਟ ਇਜ਼ ਗੁੱਡਸ ਐਂਡ ਸਰਵਿਸਿਜ਼ ਟੈਕਸ। ਇਹ ਸਾਰੇ ਕੀ ਨੇ ਇੰਡਾਇਰੈਕਟ ਟੈਕਸ। Indirect tax fall under the ambit of Finance Ministry, Central Board of Excise and Customs. Budget 2018 renamed it as Central Board of Indirect Taxes and Customs. Okay, ਪਹਿਲਾਂ ਕੀ ਹੁੰਦਾ ਸੀ Central Board of Excise and Duties, but 2018 ਦੇ ਵਿੱਚ ਇਹਦਾ ਨਾਮ Central Board of Indirect Tax and Customs ਕਰ ਦਿੱਤਾ ਗਿਆ।
उस बाद देखो सोर्सिस ऑफ इनडायरैक्ट टैक्स रैवन्यूज़ फॉर यूनियन गवर्नमेंट ते स्टेट गवर्नमेंट। हुण यूनियन गवर्नमेंट किहड़ी इनडायरैक्ट टैक्स लगांदी है ते स्टेट गवर्नमेंट किहड़ा। यूनियन की गल करिए तो कस्टम ड्यूटी हो गया, सेंट्रल एक्साइज ड्यूटी हो गया, सेंट्रल सेल टैक्स हो गया, सर्विस टैक्स हो गया तो GST हो गया। तो स्टेट गवर्नमेंट किहड़ी लगांदी है, सेल टैक्स, एक्साइज ड्यूटी होगी एल्कोहल लिक्विड के उपर, दैन टैक्स ऑन लग्जरीज, इंटरटेनमेंट, अम्यूजमेंट, बैटिंग, गैमलिंग, दैन इलैक्ट्रिसिटी टैक्स हो गया, एंट्री टैक्स हो गया। सो ये सब स्टेट गवर्नमेंट लगांदी है, ठीक है। बट GST ਦੇ ਆਉਣ ਦੇ ਨਾਲ ਇਹਨਾਂ ਵਿੱਚੋਂ ਕਾਫੀ ਸਾਰੇ ਐਸੇ ਟੈਕਸ ਹੈ ਜਿਹੜੇ ਕਿ ਹਟ ਚੁੱਕੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ GST ਦੇ ਅੰਦਰ ਹੀ ਇਨਕਲੂਡ ਕੀਤਾ ਗਿਆ। ਓਕੇ, ਸੋ ਹੁਣ ਪਹਿਲਾਂ ਆਪਾਂ ਕੁਝ ਟਾਈਪ ਦੇਖ ਲੈਂਦੇ ਹਾਂ ਇਨਡਾਇਰੈਕਟ ਟੈਕਸਿਸ ਦੀ। ad valorem tax, specific tax per unit, tax based on value of something, that is 35% custom duty on import of Tropicana juice. So if juice price is ₹100 imported, then 35 rupees as tax, easier to administer। ਜਿਹੜਾ ad valorem tax ਹੁੰਦਾ ਉਹ ਕਿਹਦੇ ਉੱਪਰ ਬੇਸਡ ਹੁੰਦਾ ਕਿ ਕੋਈ ਪ੍ਰੋਡਕਟ ਦੀ ਵੈਲਿਊ ਕਿੰਨੀ ਹੈ। ਜਿਵੇਂ ਕਿ ਅਗਰ ਆਪਾਂ ਟ੍ਰੋਪਿਕਾਨਾ ਜੂਸ ਨੂੰ ਇੰਪੋਰਟ ਕਰਦੇ ਹਾਂ ਤਾਂ ਉਹਦੇ ਉੱਪਰ 35% ਕਸਟਮ ਡਿਊਟੀ ਲੱਗੂ, ਯਾਨੀ ਕਿ ਅਗਰ ਜੂਸ ਦੀ ਪ੍ਰਾਈਸ 100 ਰੁਪੀਜ਼ ਹੈ ਤਾਂ ਉਹਦੇ ਉੱਪਰ ਟੈਕਸ ਕਿੰਨਾ ਲੱਗੂਗਾ, 35 रुपए, ठीक है। ਉਹਦੀ ਜਿੰਨੀ ਵੈਲਿਊ ਉਹਦੇ ਹਿਸਾਬ ਨਾਲ ਟੈਕਸ ਲੱਗਦਾ ਤੇ ਇਹਨੂੰ ਈਜ਼ੀ ਹੁੰਦਾ ਐਡਮਿਨਿਸਟਰ ਕਰਨਾ। ਟੈਕਸ ਪਰ ਯੂਨਿਟ ਇਹ ਐਸਾ ਟੈਕਸ ਹੁੰਦਾ ਜਿਹੜਾ ਕਿ ਆਈਟਮ ਦੀ ਕੁਆਂਟੀਟੀ ਦੇ ਉੱਪਰ ਬੇਸਡ ਹੁੰਦਾ ਹੈ। ਫॉर एग्जांपल ₹260 एक्साइज ड्यूटी ऑन प्रोडक्शन ऑफ एवरी 1000 cigarettes of 65 to 70 mm length। here we are taxing them irrespective of their manufacturing price or selling price। ਜਿਵੇਂ ਕਿ ਅਗਰ ਆਪਣੇ ਕੋਲ 1000 ਸਿਗਰਟ ਬਣੀਆਂ, ਠੀਕ ਹੈ, ਚਾਹੇ ਉਹ ਕੋਈ ਵੀ ਕੰਪਨੀ ਦੀ ਹੋਣ, ਉਹਨਾਂ ਦੀ ਕਿੰਨੀ ਮਰਜ਼ੀ ਵੈਲਿਊ ਹੋਵੇ, ਉਹਨਾਂ ਦੇ ਉੱਪਰ ਕਿੰਨਾ ਐਕਸਾਈਜ਼ ਡਿਊਟੀ ਲੱਗੂਗੀ, ₹260। ਸੋ ਇਹ ਕੀ ਹੋ ਗਿਆ, ਸਪੈਸੀਫਿਕ ਟੈਕਸ ਪਰ ਯੂਨਿਟ, ਠੀਕ ਹੈ। ਇਸ 'ਚ ਆਪਾਂ ਨੂੰ ਇਹ ਨਹੀਂ ਪਤਾ ਕਿ ਸਿਗਰਟ ਹੈ ਜਿਹੜੀ ਉਹ ਕਿਹੜੀ ਕੰਪਨੀ ਦੀ ਹੈ ਅਤੇ ਉਹਨਾਂ ਦੀ ਕਿੰਨੀ ਵੈਲਿਊ ਹੈ। ਜਿਹੜਾ ਇਹ ਟੈਕਸ ਹੁੰਦਾ ਇਹ ਐਡਮਿਨਿਸਟਰ ਕਰਨਾ ਡਿਫੀਕਲਟ ਹੁੰਦਾ, ਠੀਕ ਹੈ। ਓਕੇ, ਸੋ ਇਹ ਯਾਦ ਰੱਖਿਓ। ਉਹ ਤੋਂ ਬਾਅਦ ਹੁਣ ਨੈਕਸਟ ਆਪਾਂ ਗੱਲ ਕਰਦੇ ਹਾਂ GST ਦੀ। ਸਭ ਤੋਂ ਪਹਿਲਾਂ ਦੇਖੋ ਜਿਹੜਾ GST ਆ ਉਹਨੂੰ 122 that is 122 ਕੌਂਸਟੀਟਿਊਸ਼ਨ ਅਮੈਂਡਮੈਂਟ ਬਿੱਲ ਦੇ ਨਾਲ ਪਾਸ ਕੀਤਾ ਗਿਆ ਸੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਠੀਕ ਹੈ। GST ਕੀ ਹੈ, ਗੁੱਡਸ ਐਂਡ ਸਰਵਿਸਿਜ਼ ਟੈਕਸ, ਠੀਕ ਹੈ। ਇਹ ਟੈਕਸ ਹੈ ਜਿਹੜਾ ਕਿ ਉਦੋਂ ਲਗਾਇਆ ਜਾਂਦਾ ਜਦੋਂ ਕੋਈ ਵੀ ਕਸਟਮਰ ਕੋਈ ਗੁੱਡ ਖਰੀਦਦਾ ਜਾਂ ਫਿਰ ਕੋਈ ਸਰਵਿਸ ਲੈਂਦਾ, ਠੀਕ ਹੈ। ਇਹ ਸਿੰਗਲ ਕੰਪਰੀਹੈਂਸਿਵ ਟੈਕਸ ਹੈ ਜਿਹਦੇ ਵਿੱਚ ਕਿ ਅਦਰ ਜਿਹੜੇ ਸਮਾਲ ਇੰਡਾਇਰੈਕਟ ਟੈਕਸ ਹੋ ਗਿਆ। ਇਟ ਇਜ਼ ਅ ਸਿੰਗਲ ਟੈਕਸ ਔਨ ਸਪਲਾਈ ਆਫ ਗੁੱਡਸ ਐਂਡ ਸਰਵਿਸਿਜ਼ ਰਾਈਟ ਫਰੋਮ ਮੈਨੂਫੈਕਚਰਰ ਟੂ ਐਂਡ ਕਸਟਮਰ। ਇਹ ਸਿੰਗਲ ਟੈਕਸ ਹੈ ਜਿਹੜਾ ਕਿ ਗੁੱਡਸ ਦੀ ਸਪਲਾਈ ਅਤੇ ਸਰਵਿਸਿਜ਼ 'ਤੇ ਲਿੱਤਾ ਜਾਂਦਾ ਹੈ। ਮੈਨੂਫੈਕਚਰਿੰਗ ਉਹਦੀ ਜਦੋਂ ਹੁੰਦੀ ਹੈ ਪ੍ਰੋਡਕਟ ਦੀ ਉੱਥੋਂ ਤੋਂ ਲੈ ਕੇ ਐਂਡ ਕੰਜ਼ਿਊਮਰ ਤੱਕ, ਠੀਕ ਹੈ। ਦਿਸ ਇਜ਼ ਹਾਊ ਇਟ ਇਜ਼ ਡਨ ਇਨ ਮੋਸਟ ਡਿਵੈਲਪ ਕੰਟਰੀਜ਼। ਮੋਰ ਦੈਨ 160 ਕੰਟਰੀਜ਼ ਨੇ ਇੰਪਲੀਮੈਂਟ ਕੀਤਾ ਇਹ ਸਿਸਟਮ ਨੂੰ। GST ਡਜ਼ ਨੋਟ ਟੈਕਸ ਔਰ ਗੈਟ ਇਨਟੂ ਸਪੈਸੀਫਿਕ ਕਮੋਡਿਟੀਜ਼। GST that is goods and services tax is value added tax। याद रखियो कि प्रोडक्ट की जिन्नी वैल्यू है ਉਹਦੇ ਹਿਸਾਬ ਨਾਲ ਲੱਗਦਾ ਹੈ, ठीक है। ਆਪਾਂ ਨੇ ਦੋ ਹੁਣ ਪੜ੍ਹੀਆਂ ਨਾ ਕਿ ਇਹਦੀ ਦੋ ਟਾਈਪਸ ਹੁੰਦੀਆਂ ਨੇ, ਠੀਕ ਹੈ। ਇੱਕ ਤਾਂ ਐਡ ਵੋਲਰਮ ਟੈਕਸ ਤੇ ਸਪੈਸੀਫਿਕ ਟੈਕਸ ਪਰ ਯੂਨਿਟ। ਸੋ ਜਿਹੜਾ GST ਹੈ ਉਹ ਕਿ ਵੈਲਿਊ ਐਡਿਡ ਟੈਕਸ ਹੈ, ਠੀਕ ਹੈ। ਮੋਸਟ ਗੁੱਡਸ ਤੇ ਸਰਵਿਸਿਜ਼ ਤੇ ਲਗਾਇਆ ਜਾਂਦਾ ਜਿਹਨੂੰ ਕਿ ਡੋਮੈਸਟਿਕ ਕੰਜ਼ੰਪਸ਼ਨ ਲਈ ਵੇਚਿਆ ਜਾਂਦਾ। GST ਕੰਜ਼ਿਊਮਰਸ ਭਰਦੇ ਆ, ਠੀਕ ਹੈ, ਬਟ ਇਹ ਗਵਰਨਮੈਂਟ ਨੂੰ ਦਿੱਤਾ ਜਾਂਦਾ ਬਾਈ ਬਿਜ਼ਨਸ ਜਿਹੜੇ ਕਿ ਉਹ ਗੁੱਡਸ ਤੇ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ। ਅਗਰ ਆਪਾਂ ਫੀਚਰਸ ਦੀ ਗੱਲ ਕਰੀਏ GST ਦੀ, ਐਪਲੀਕੇਬਲ ਹੁੰਦਾ ਸਪਲਾਈ ਸਾਈਡ 'ਤੇ। GST ਇਜ਼ ਐਪਲੀਕੇਬਲ ਔਨ ਸਪਲਾਈਜ਼ ਆਫ ਗੁੱਡਸ ਔਰ ਸਰਵਿਸਿਜ਼ ਐਜ਼ ਅਗੇਂਸਟ ਦਾ ਓਲਡ ਕੰਸੈਪਟ ਔਨ ਮੈਨੂਫੈਕਚਰ ਆਫ ਗੁੱਡਸ ਔਰ ਔਨ ਸੇਲ ਆਫ ਗੁੱਡਸ ਔਰ ਔਨ ਪ੍ਰੋਵੀਜ਼ਨ ਆਫ ਸਰਵਿਸ। Destination based tax, GST is based on principle of destination based consumption taxation as against the present principle of origin based taxation। ਜਿੱਥੇ ਪ੍ਰੋਡਕਟ ਦਾ ਓਰੀਜਨ ਹੈ ਉੱਥੇ ਨਹੀਂ ਲੱਗਦਾ, ਜਿੱਥੇ ਪ੍ਰੋਡਕਟ ਨੂੰ ਕੰਜ਼ਿਊਮ ਕੀਤਾ ਗਿਆ ਉੱਥੇ ਲੱਗਦਾ। ਡੂਅਲ GST ਹੈ ਵਿਦ ਸੈਂਟਰ ਐਂਡ ਸਟੇਟ ਲਿਵਾਈਂਗ ਟੈਕਸ ਔਨ ਕਾਮਨ ਬੇਸ। GST ਟੂ ਬੀ ਲਿਵਾਈਡ ਬਾਈ ਸੈਂਟਰ ਇਜ਼ ਕਾਲਡ ਸੈਂਟਰਲ GST ਅਤੇ ਜਿਹੜਾ ਸਟੇਟਸ ਲਗਾਉਂਦਾ ਉਹਨੂੰ ਕੀ ਬੋਲਦੇ ਆ, ਸਟੇਟ GST। Import of goods services would be treated as interstate supply and would be subjected to integrated goods and services tax in addition to applicable custom duties। ਹੁਣ ਜਿਹੜੇ ਗੁੱਡਸ ਨੂੰ ਇੰਪੋਰਟ ਕੀਤਾ ਜਾਂਦਾ ਹੈ, ਸਰਵਿਸਿਜ਼ ਨੂੰ ਇੰਪੋਰਟ ਕੀਤਾ ਜਾਂਦਾ, ਠੀਕ ਹੈ, ਉਹਨਾਂ ਨੂੰ ਇੰਟਰਸਟੇਟ ਸਪਲਾਈ ਸਮਝਿਆ ਜਾਂਦਾ ਅਤੇ ਉਹਨਾਂ ਉੱਪਰ ਇੰਟੀਗ੍ਰੇਟਿਡ ਗੁੱਡਸ ਐਂਡ ਸਰਵਿਸਿਜ਼ ਟੈਕਸ ਹੈ ਜਿਹੜਾ ਲਗਾਇਆ ਜਾਂਦਾ ਕਸਟਮ ਡਿਊਟੀਜ਼ ਦੇ ਨਾਲ। GST ਰੇਟਸ ਨੂੰ ਡਿਸਾਈਡ ਕੀਤਾ ਗਿਆ CGST, SGST ਅਤੇ IGST ਦੇ ਵਿੱਚ, ਠੀਕ ਹੈ, ਜਿਹਨੂੰ ਕਿ ਸਟੇਟਸ ਅਤੇ ਸੈਂਟਰ ਨੇ ਇਕੱਠੀ ਮਨਜ਼ੂਰੀ ਦਿੱਤੀ ਹੋਈ ਹੈ ਕਿ ਇੰਨਾ ਲਗਾਵਾਂਗੇ, ਅਤੇ ਜਿਹੜੇ ਰੇਟਸ ਨੇ ਉਹਨੂੰ GST ਕਾਊਂਸਿਲ ਨੇ ਰਿਕਮੈਂਡ ਕੀਤਾ ਹੋਇਆ।
ਹੁਣ GST ਦੇ ਵਿੱਚ ਬੇਸਿਕਲੀ 4 ਸਲੈਬਸ ਬਣਾਈਆਂ ਹੋਈਆਂ 5%, 12%, 16% ਤੇ 28%। ਓਕੇ, ਦੇਖੋ ਜਿਹੜੇ ਇਹ ਰੇਟ ਸੀ ਨਾ, ਇਹ ਜਦੋਂ GST ਦੀ ਸ਼ੁਰੂਆਤ ਹੋਈ ਸੀ ਉਦੋਂ ਸੀ, ਬਟ ਇਹਦੇ ਵਿੱਚ ਫਿਰ ਅਮੈਂਡਮੈਂਟਸ ਕਰ ਦਿੱਤੀਆਂ ਗਈਆਂ ਸੀ। ਠੀਕ ਹੈ, ਸੋ ਹੁਣ ਜਿਹੜੇ ਨਿਊ ਨੇ ਤੁਸੀਂ ਉਹ ਯਾਦ ਰੱਖਣੇ ਨੇ। ਪਹਿਲਾਂ 4 ਰੇਟਸ ਹੁੰਦੇ ਸੀ, ਹੁਣ ਨਿਊ ਆਪਣੇ ਕੋਲ 5 ਰੇਟਸ ਹੈ ਜਿਹਦੇ ਉੱਪਰ GST ਨੂੰ ਲਗਾਇਆ ਜਾਂਦਾ ਹੈ। ਕਿਹੜਾ ਕਿਹੜਾ ਸਲੈਬ ਹੈ? 0%, 5%, 12%, 18% ਤੇ 28%। ਓਕੇ, ਸੋ ਯਾਦ ਰੱਖਿਓ ਇਹਦੇ ਵਿੱਚ ਅਲੱਗ-ਅਲੱਗ ਪ੍ਰੋਡਕਟਸ ਨੂੰ ਅਲੱਗ-ਅਲੱਗ ਸਲੈਬਸ 'ਚ ਰੱਖਿਆ ਗਿਆ। ਠੀਕ ਹੈ, ਤੇ ਉਹਦੇ ਹਿਸਾਬ ਨਾਲ ਜਿਹੜਾ GST ਹੈ ਉਹ ਪ੍ਰੋਡਕਟਸ ਦੇ ਉੱਪਰ ਲਗਾਇਆ ਜਾਂਦਾ। ਸੋ ਇੰਡੀਆ ਦੇ ਵਿੱਚ ਜਿਹੜਾ GST ਬਿੱਲ ਹੈ ਉਹਨੂੰ 2014 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ ਐਸ ਕੌਨਸਟੀਟਿਊਸ਼ਨ ਬਿੱਲ, ਦੈਟ ਇਜ਼ 122 ਅਮੈਂਡਮੈਂਟ ਬਿੱਲ। ਠੀਕ ਹੈ, ਫਿਰ 2016 'ਚ ਇਹਨੂੰ ਅਪਰੂਵਲ ਮਿਲੀ ਰਾਜ ਸਭਾ ਤੋਂ। ਸੋ ਜਿਹੜਾ 101 ਅਮੈਂਡਮੈਂਟ ਐਕਟ ਹੈ 2016 ਦੇ ਵਿੱਚ, ਉਹਦੇ ਨਾਲ ਇਹਨੂੰ ਪਾਸ ਕੀਤਾ ਗਿਆ। ਠੀਕ ਹੈ, ਉਹਦੇ ਪ੍ਰੋਵੀਜ਼ਨ ਕੀ ਹੈ? ਸੈਂਟਰਲ GST ਟੂ ਕਵਰ ਐਕਸਾਈਜ਼ ਡਿਊਟੀ, ਸਰਵਿਸ ਟੈਕਸ, ਸਟੇਟ GST ਟੂ ਕਵਰ ਵੈਟ, ਲਗਜ਼ਰੀ ਟੈਕਸ ਐਕਸੈਕਟਰਾ। ਉਹਦੇ ਵਿੱਚ ਇਹ ਗੱਲ ਕੀਤੀ ਗਈ ਕਿ ਜਿਹੜਾ ਸੈਂਟਰਲ GST ਉਹਦੇ ਵਿੱਚ ਐਕਸਾਈਜ਼ ਡਿਊਟੀ, ਸਰਵਿਸ ਟੈਕਸ ਇਨਕਲੂਡ ਕੀਤਾ ਜਾਊਗਾ, ਤੇ ਜਿਹੜਾ ਸਟੇਟ GST ਉਹਦੇ ਵਿੱਚ ਵੈਟ, ਲਗਜ਼ਰੀ ਟੈਕਸ ਨੂੰ ਇਨਕਲੂਡ ਕੀਤਾ ਜਾਊਗਾ। ਇੰਟੀਗ੍ਰੇਟਿਡ GST ਹੈ ਜਿਹੜਾ, ਉਹਦੇ ਵਿੱਚ ਇੰਟਰਸਟੇਟ ਟ੍ਰੇਡ ਨੂੰ ਕਵਰ ਕੀਤਾ ਜਾਊਗਾ। IGST per se is not a tax but a system to coordinate state and union taxes। ਜਿਹੜਾ IGST ਹੈ ਉਹ ਇੱਕ ਟੈਕਸ ਨਹੀਂ ਹੋਊਗਾ, ਬਟ ਇੱਕ ਸਿਸਟਮ ਹੈ ਜਿਹਦੇ ਨਾਲ ਸਟੇਟ ਤੇ ਯੂਨੀਅਨ ਟੈਕਸਿਸ ਨੂੰ ਕੋਆਰਡੀਨੇਟ ਕੀਤਾ ਜਾਂਦਾ ਹੈ। ਆਰਟੀਕਲ 24(6)A ਸਟੇਟਸ ਕੋਲ ਪਾਵਰ ਹੈ ਕਿ ਉਹ ਟੈਕਸ ਲਗਾਉਣ ਗੁੱਡਸ ਤੇ ਸਰਵਿਸਿਜ਼ ਦੇ ਉੱਪਰ। ਦ ਨੈਕਸਟ ਹੈ GST ਕਾਊਂਸਿਲ। ਆਰਟੀਕਲ 279A GST ਕਾਊਂਸਿਲ ਜਿਹੜੀ ਹੈ ਉਹ ਪ੍ਰੈਜ਼ੀਡੈਂਟ ਦੁਆਰਾ ਬਣਾਈ ਜਾਊਗੀ ਗਵਰਨ ਤੇ ਐਡਮਿਨਿਸਟਰ ਕਰਨ ਦੇ ਲਈ GST ਨੂੰ। ਇਹਦਾ ਜਿਹੜਾ ਚੇਅਰਮੈਨ ਹੈ ਯੂਨੀਅਨ ਫਾਈਨਾਂਸ ਮਿਨਿਸਟਰ ਹੋਊਗਾ ਇੰਡੀਆ ਦਾ। ਠੀਕ ਹੈ, ਤੇ ਨਾਲ ਮਿਨਿਸਟਰਸ ਹੋਣਗੇ ਜਿਨ੍ਹਾਂ ਨੂੰ ਸਟੇਟ ਗਵਰਨਮੈਂਟਸ ਰਿਪਰੈਜ਼ੈਂਟ ਕਰੂਗੀ, ਨੋਮੀਨੇਟ ਕਰੂਗੀ, ਤੇ ਉਹ ਮਿਨਿਸਟਰ ਕੀ ਹੋਣਗੇ? ਮੈਂਬਰਸ ਹੋਣਗੇ GST ਕਾਊਂਸਿਲ ਦੇ। ਜਿਹੜੀ ਕਾਊਂਸਿਲ ਆ ਉਹਨੂੰ ਇਸ ਤਰੀਕੇ ਨਾਲ ਬਣਾਇਆ ਜਾਊਗਾ ਕਿ ਸੈਂਟਰ ਕੋਲ 1/3 ਵੋਟਿੰਗ ਪਾਵਰ ਹੋਵੇ ਤੇ ਸਟੇਟਸ ਕੋਲ 2/3, ਤੇ ਜਿਹੜੇ ਡਿਸੀਜਨ ਉਹ 3/4 ਮੈਜੋਰਿਟੀ ਨਾਲ ਲਿੱਤੇ ਜਾਣਗੇ। ਓਕੇ, ਉਹ ਤੋਂ ਬਾਅਦ ਹੁਣ ਕਿਹੜੀ ਕਿਹੜੀ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਿ GST ਦੇ ਵਿੱਚੋਂ ਐਕਸਕਲੂਡ ਕੀਤਾ ਗਿਆ? ਪੈਟਰੋਲੀਅਮ ਕਰੂਡ ਹੋ ਗਿਆ, ਹਾਈ ਸਪੀਡ ਡੀਜ਼ਲ ਹੋ ਗਿਆ, ਮੋਟਰ ਸਪੀਡ ਦੈਟ ਇਜ਼ ਪੈਟਰੋਲ, ਨੈਚੁਰਲ ਗੈਸ ਹੋ ਗਿਆ, ਤੇ ਟਰਬਾਈਨ ਫਿਊਲ ਹੋ ਗਿਆ। ਓਕੇ, ਕਸਟਮ ਡਿਊਟੀ ਵਿਲ ਬੀ ਸਟਿਲ ਕਲੈਕਟਡ ਅਲੋਂਗ ਵਿਦ IGST ਔਨ ਇੰਪੋਰਟਡ ਗੁੱਡਸ। ਜਿਹੜਾ IGST ਇੰਪੋਰਟਡ ਗੁੱਡਸ 'ਤੇ ਲਗਾਇਆ ਜਾਂਦਾ ਅਤੇ ਨਾਲ ਹੀ ਕਸਟਮ ਡਿਊਟੀ ਵੀ ਲੱਗਦੀ ਹੈ। ਪੈਟਰੋਲੀਅਮ ਐਂਡ ਟਬੈਕੋ ਪ੍ਰੋਡਕਟਸ ਨੂੰ ਇਹਦੇ ਵਿੱਚੋਂ ਆਊਟ ਕੀਤਾ ਗਿਆ। ਐਕਸਾਈਜ਼ ਡਿਊਟੀ ਔਨ ਲਿਕੁਅਰ, ਸਟੈਂਪ ਡਿਊਟੀ, ਇਲੈਕਟ੍ਰੀਸਿਟੀ ਟੈਕਸ ਨੂੰ ਵੀ ਇਸ 'ਚੋਂ ਐਕਸਕਲੂਡ ਕੀਤਾ ਗਿਆ। ਠੀਕ ਹੈ, ਉਹ ਤੋਂ ਬਾਅਦ ਨੈਕਸਟ ਇਹ ਵੀ ਦਿੱਤਾ ਹੋਇਆ ਕਿ ਜਿਹੜਾ ਐਲਕੋਹਲ ਹੈ ਹਿਊਮਨ ਕੰਜ਼ੰਪਸ਼ਨ ਲਈ ਉਹਨੂੰ ਵੀ ਐਗਜ਼ੈਂਪਟ ਕੀਤਾ ਗਿਆ GST ਤੋਂ। ਠੀਕ ਹੈ, ਸੋ ਅੱਜ ਇਸ ਲੈਕਚਰ ਦੇ ਵਿੱਚ ਆਪਾਂ ਨੇ ਇਕਨੋਮਿਕਸ ਨਾਲ ਰਿਲੇਟਿਡ ਕਾਫੀ ਇੰਪੋਰਟੈਂਟ ਕਨਸੈਪਟਸ ਦੇਖੇ। ਸੋ ਅੱਜ ਲਈ ਇੰਨਾ ਹੀ, ਮਿਲਦਾ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ।